ਵਿਕਰਮ ਮਜੀਠੀ ਤੇ FIR ਕੀਤੀ ਡਰੱਗ ਮਾਮਲੇ ਦੇ ਵਿੱਚ, ਪਰ ਗ੍ਰਿਫਤਾਰੀ ਨਹੀਂ ਹੋ ਸਕੀ, ਉਹ ਜ਼ਮਾਨਤ ਲੈ ਗਏ। ਪਰਚਾ ਦਰਜ ਹੋ ਗਿਆ ਸੀ। ਜੇ ਉਹ ਨਿਰਦੋਸ਼ ਸੀਗਾ ਤਾਂ ਫਿਰ ਉਹ ਸਾਹਮਣੇ ਕਿਉਂ ਨਹੀਂ ਆਇਆ? 6 ਫੁੱਟ 4 ਇੰਚ ਦਾ ਬੰਦਾ ਲੁਕਦਾ ਫਿਰਦਾ ਸੀਗਾ ਔਰ ਉਹਨੂੰ ਅਖੀਰ ਦੇ ਵਿੱਚ ਬੇਲ ਲੈਣੀ ਪਈ ਹੈ। ਤਾਂ ਇੱਥੋਂ ਹੀ ਪਤਾ ਲੱਗਦਾ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਜਿਹੜੇ ਸਹੀ ਮਾਇਨਿਆਂ 'ਚ ਦੋਸ਼ੀ ਨੇ। ਉਹ ਕਹਿੰਦੇ ਵੀ ਜੇਕਰ ਅਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਹਾਂ, ਸਾਨੂੰ ਫੜ ਕੇ ਅੰਦਰ ਦੋ। ਕਾਨੂੰਨ ਦੇ ਅੰਦਰ ਆ ਕੇ ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਹੀ ਮਿਲਣਗੀਆਂ। ਪਹਿਲਾਂ ਕਿਉਂ ਨਹੀਂ ਕਾਰਵਾਈ ਹੋਈ, ਕਿਉਂ ਲੇਟ ਕਾਰਵਾਈ, ਕਿਹੜੀ FIR ਦਰਜ ਕੀਤੀ ਗਈ? ਜੇਕਰ ਹੁਣ ਪੁਰਾਣੇ ਮੁੱਖ ਮੰਤਰੀ ਦੱਸ ਸਕਦੇ ਨੇ। ਤਕਰੀਬਨ ਅਸੀਂ 60 ਵਿਧਾਇਕਾਂ ਨੇ ਮੁੱਖ ਮੰਤਰੀ ਜੀ ਨੂੰ ਉਸ ਸਮੇਂ ਚਿੱਠੀ ਲਿਖੀ ਸੀ। ਕੈਪਟਨ ਸਾਹਿਬ ਬਚਾਉਂਦੇ ਰਹੇ ਵਿਕਰਮ ਮਜੀਠੀਆ ਨੂੰ। ਦੇਖੋ ਹੁਣ ਇਹ ਇੱਥੇ ਤਾਂ ਹੁਣ ਕੈਪਟਨ ਸਾਹਿਬ ਹੀ ਦੱਸ ਸਕਦੇ ਨੇ ਕੀ ਕੋਈ ਮਿਲੀ ਭੁਗਤ ਸੀਗੀ, ਕੀ ਉਹਨਾਂ ਨੂੰ ਬਚਾਉਣ ਦੀ ਕੋਈ ਗੱਲ ਸੀਗੀ, ਤਾਂ ਉਹਦੇ ਪਿੱਛੇ ਕੀ ਸੱਚਾਈ ਸੀਗੀ। BJP ਵੱਲ ਕਿਉਂ ਜਾ ਰਹੇ ਨੇ ਕਾਂਗਰਸ ਦੇ ਲੀਡਰ? ਕਈ ਲੀਡਰ ਚਲੇ ਗਏ, ਟਿਕਟਾਂ ਲੈ ਲੈਂਦੇ ਉੱਤੇ ਜਾ ਕੇ। ਕੀ ਅਜਿਹਾ BJP ਦੇ? ਨਹੀਂ, BJP ਨੇ ਕੀ ਦੇਣਾ? BJP ਦਾ ਕੋਈ ਪੰਜਾਬ ਦੇਣ ਨੂੰ ਹੈ ਹੀ ਕੁਝ ਨਹੀਂ ਉਹਨਾਂ ਕੋਲ। ਆਮ ਆਦਮੀ ਵਾਲਾ ਦਾ ਵੀ ਇਹੀ ਹਾਲ। ਇੱਕ ਰੋਜ਼ ਪਹਿਲਾਂ ਦਿਨ ਪਾਰਟੀ 'ਚ ਆਉਂਦਾ, ਦੂਜੇ ਦਿਨ ਉਹ ਟਿਕਟ ਦੇ ਦਿੰਦੇ ਨੇ। ਸੋ ਕਿਹੜੀ ਆਮ ਆਦਮੀ ਹੈ? ਸੁੱਚਾ ਸਿੰਘ ਛੋਟੇਪੁਰ ਕਿੱਥੇ ਨੇ? ਡਾਕਟਰ ਗਾਂਧੀ ਜਿਹੜੇ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਉਹ ਦੇਸ਼ ਦੀ ਪਾਰਲੀਮੈਂਟ 'ਚ ਪਹੁੰਚੇ ਸੀ ਪਟਿਆਲੇ ਤੋਂ, ਅੱਜ ਉਹ ਕਿੱਥੇ ਨੇ? ਕਿੱਥੇ ਹੈ ਹਰਿੰਦਰ ਸਿੰਘ ਖਾਲਸਾ? ਅੱਜ ਸਾਰੇ ਹੀ ਇਹਨਾਂ ਨੂੰ ਛੱਡ ਗਏ। ਇਹਦਾ ਮਤਲਬ ਵੀ ਕਸੂਰ ਕੇਜਰੀਵਾਲ ਸਾਹਿਬ ਜਾਂ ਉਹਨਾਂ 'ਚ? ਸ਼ਮਸ਼ੇਰ ਸਿੰਘ ਦੁੱਲੋ ਨੂੰ ਕਿਸ ਤਰ੍ਹਾਂ ਮਨਾਵਾਂਗੇ? ਉਹ ਵੀ ਨਾਰਾਜ਼ ਚੱਲਦੇ ਰਹਿੰਦੇ ਨੇ। ਉਹ ਕਹਿੰਦੇ ਵੀ ਚਾਹੇ ਤਾਂ ਪਹਿਲਾਂ ਸ਼ਰਾਬ ਵਾਲਾ ਮਸਲਾ ਹੋ, ਜਿਹੜੇ ਮਰੇ ਸੀ ਪੰਜਾਬ ਦੇ ਵਿੱਚ, ਤੁਹਾਡੇ ਤੇ ਵੀ ਲੱਗਦੇ ਰਹੇ ਨੇ ਇਲਜ਼ਾਮ, ਤੁਹਾਡੇ ਵੀ ਕੋਈ ਫੈਕਟਰੀ ਹੈ। ਔਰ ਜਿੱਥੋਂ ਤੱਕ ਇਹ ਸ਼ਰਾਬ ਦੀਆਂ ਫੈਕਟਰੀਆਂ ਦੀ ਗੱਲ ਹੈ, ਇਹ ਬਿਲਕੁਲ ਝੂਠ ਔਰ ਕੂੜ ਪ੍ਰਚਾਰ। ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਨਹੀਂ, ਜਿਹੜਾ ਵੀ ਇਹਦੇ ਵਿੱਚ ਦੋਸ਼ੀ ਹੈ, ਜਿਹਨੇ ਵੀ ਅਗਰ ਕੋਈ ਕੰਮ ਗਲਤ ਕੀਤਾ ਉਹਦਾ ਕੱਖ ਨਾ ਰਹੇ। ਦੁੱਲੋ ਸਾਹਿਬ ਨੂੰ ਕਿਸ ਤਰ੍ਹਾਂ ਮਨਾਵਾਂਗੇ ਫਿਰ? ਕਿਸ ਤਰ੍ਹਾਂ ਨਾਲ ਲੈ ਕੇ ਚੱਲੇ? ਇਹ ਦੁੱਲੋ ਸਾਹਿਬ ਨੂੰ ਕੀ ਮਨਾਉਣਾ? ਉਹਨਾਂ ਦੀ ਪਹਿਲਾਂ ਧਰਮ ਪਤਨੀ ਆਮ ਆਦਮੀ ਸ਼ਾਮਲ ਹੋ ਗਈ, ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਔਰ ਹਫ਼ਤੇ ਬਾਅਦ ਉਹਨਾਂ ਦੇ ਮੁੰਡੇ ਨੂੰ ਟਿਕਟ ਦੇ ਦਿੱਤੀ ਗਈ। ਜਿਹੜੇ ਲੋਕ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗੱਲਾਂ ਕਰਦੇ ਸੀ ਔਰ ਕਾਂਗਰਸ ਪਾਰਟੀ ਦੇ ਸੰਵਿਧਾਨ ਦੀਆਂ ਗੱਲਾਂ ਕਰਦੇ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਸੀ, ਅੱਜ ਉਹਨਾਂ ਦੇ ਪਰਿਵਾਰ ਨੂੰ ਤਾਂ ਉਹ ਆਪਦੇ ਇਕੱਠਾ ਨਹੀਂ ਰੱਖ ਸਕੇ। ਕੈਪਟਨ ਸਾਹਿਬ ਸਿਆਸਤ ਕਰ ਰਹੇ ਨੇ ਹੁਣ, ਉਹ ਵੀ ਮੈਦਾਨ ਦੇ ਵਿੱਚ ਨੇ BJP ਦੇ ਨਾਲ। ਉਹ ਕਹਿੰਦੇ ਵੀ ਨਿਸ਼ਾਨ ਉਹਨਾਂ ਨੂੰ ਸਿੰਪਲ ਮਿਲ ਗਿਆ ਹਾਕੀ ਦਾ, ਉਹ ਕਹਿੰਦੇ ਗੋਲ ਕਰਨਾ ਬਾਕੀ ਹੈ ਪੰਜਾਬ 'ਚ। ਕੈਪਟਨ ਸਾਹਿਬ ਨੂੰ ਇਹ ਪੁੱਛੋ ਵੀ ਕਦੇ ਹਾਕੀ ਖੇਡੀ ਉਹਨਾਂ ਨੇ? ਉਹ ਗੋਲ ਜੇ ਹੋਊਗਾ ਉਹਨਾਂ ਤੋਂ ਤਾਂ ਆਪ ਹੀ ਗੋਲ ਹੋਊਗਾ ਇੱਧਰਲੇ ਆਪਣੇ ਪਾਸੇ। ਕਿਸਾਨਾਂ ਦਾ ਕਿੰਨਾ ਅਸਰ ਹੋਊਗਾ? ਕਿਉਂਕਿ ਸੰਯੁਕਤ ਸਮਾਜ ਮੋਰਚਾ ਵੀ ਮੈਦਾਨ ਦੇ ਵਿੱਚ, ਤੁਹਾਡੇ ਹਲਕੇ ਦੇ ਲੀਡਰ ਨੇ ਬਲਬੀਰ ਸਿੰਘ ਰਾਜੇਵਾਲ। ਇਹਨਾਂ ਨੂੰ ਤਾਂ ਉਮੀਦਵਾਰ ਹੀ ਲੱਭ ਰਹੇ। ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਲੋਕ ਸੀਗੇ, ਉਹਨਾਂ ਨੇ ਵੀ ਇਹ ਕੋਈ ਗੱਲ ਬਹੁਤੀ ਚੰਗੀ ਨਹੀਂ ਸਮਝੀ। ਔਰ ਕਿੰਨੀਆਂ ਜਥੇਬੰਦੀਆਂ ਨੇ, ਉਗਰਾਹਾਂ ਗਰੁੱਪਾਂ, ਟਕੈਤ ਸਾਹਿਬ ਨੇ, ਹੋਰ ਕਿੰਨੇ ਤਮਾਮ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰ ਲਿਆ। ਪੰਜਾਬ 'ਚ ਜਿੱਥੇ ਕੜਾਕੇ ਦੀ ਠੰਡ ਪੈ ਰਹੀ ਆ, ਉੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਕਰਕੇ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਗਰਮਾਈ ਹੋਈ ਆ। ਇਲਜ਼ਾਮਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਅੱਜ ਚੋਣ ਕਮਿਸ਼ਨ ਦੇ ਵੱਲੋਂ ਜਿਹੜੀ ਚੋਣਾਂ ਦੀ ਤਰੀਕ ਆ ਉਹ ਅੱਗੇ ਪਾ ਦਿੱਤੀ ਗਈ ਆ। ਹੁਣ ਪੰਜਾਬ ਦੇ ਵਿੱਚ 20 ਫਰਵਰੀ ਨੂੰ ਚੋਣਾਂ ਹੋਣ ਜਾ ਰਹੀਆਂ ਨੇ। ਅਸੀਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਹਲਕਿਆਂ ਦਾ ਹਾਲ ਦਿਖਾ ਰਹੇ ਹਾਂ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੇ ਰੂਬਰੂ ਕਰ ਰਹੇ ਹਾਂ। ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਵੀ ਵਾਰ ਰਹੇ ਹਾਂ ਤੇ ਲੀਡਰਾਂ ਨੂੰ ਜਿਹੜੇ ਸਿੱਧੇ ਸਵਾਲ ਹੋ ਰਹੇ ਨੇ ਉਹਨਾਂ ਦਾ ਜਵਾਬ ਵੀ ਲਿਆ ਜਾ ਰਿਹਾ। ਸਾਡੇ ਨਾਲ ਅੱਜ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ, ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਕੋਟਲੀ ਸਾਹਿਬ, ਬਹੁਤ-ਬਹੁਤ ਸਵਾਗਤ ਹੈ D5 ਤੇ। ਥੈਂਕ ਯੂ ਜੀ। ਕੋਟਲੀ ਸਾਹਿਬ, ਕਿਸ ਤਰ੍ਹਾਂ ਦੀ ਤਿਆਰੀ ਆ? 5 ਸਾਲ ਤੁਸੀਂ ਸੱਤਾ 'ਚ ਰਹੇ, ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਹਲਕੇ 'ਚ ਕੀਤੇ, ਤੁਸੀਂ ਉਸ ਆਧਾਰ ਤੇ ਲੋਕ ਤੁਹਾਨੂੰ ਵੋਟ ਦੇਣ? ਦੇਖੋ, ਸਿਆਸੀ ਬੰਦੇ ਦੀ ਤਿਆਰੀ ਤਾਂ ਜਦੋਂ ਤੋਂ ਇਲੈਕਸ਼ਨ ਹੋ ਕੇ ਵੀ ਹਟਦੇ ਉਦੋਂ ਤੋਂ ਤਿਆਰੀ ਰਹਿੰਦੀ ਹੈ ਜੀ। 5 ਸਾਲ ਹੀ ਨਿਰੰਤਰ ਲੋਕਾਂ 'ਚ ਰਹੀਦਾ, ਦੁੱਖ ਸੁੱਖ ਦੇ ਵਿੱਚ ਵਿਚਰੀਦਾ ਜੀ। ਕਿਉਂਕਿ ਇਸ ਵਾਰ ਸਰਕਾਰ ਸੀ ਸਾਡੀ ਪਾਰਟੀ ਦੀ, ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਵੀ ਅਸੀਂ ਕਰਵਾਉਣ 'ਚ ਕਾਮਯਾਬ ਹੋਏ ਹਾਂ ਜੀ। ਤਾਂ ਇਸ ਕਰਕੇ ਇਹ ਤਾਂ ਔਨਗੋਇੰਗ ਪ੍ਰੋਸੈਸ ਹੈ ਜੀ। ਤੇ ਨਾ ਕਦੇ ਕੋਈ ਛੁੱਟੀ ਮਾਰੀ ਆ, ਨਾ ਕੋਈ ਘਰ ਬੈਠੇ ਆ। ਮਤਲਬ 5 ਸਾਲ ਜਾਂ ਪਹਿਲਾਂ 10 ਸਾਲ ਹੋ ਗਏ ਮੈਨੂੰ ਵਿਧਾਇਕ ਬਣੇ ਨੂੰ ਜੀ, ਤਾਂ 10 ਸਾਲ ਹੀ ਲੋਕਾਂ ਦੇ ਵਿੱਚ ਹੀ ਰਹੇ ਆ ਜੀ। ਹਲਕੇ ਦੇ ਵਿੱਚ ਕਿਹੜੇ ਪ੍ਰੋਜੈਕਟ ਨੇ, ਕਿਹੜੇ ਵੱਡੇ ਕੰਮ ਨੇ ਤੁਸੀਂ ਜਿਹੜੇ 5 ਸਾਲ ਦੇ ਵਿੱਚ ਲੈ ਕੇ ਆਏ ਹੋ, ਜਾਂ ਫਿਰ ਵਿਧਾਇਕ ਹੁੰਦੇ ਜਾਂ ਫਿਰ ਕੈਬਨਿਟ ਮੰਤਰੀ ਹੁੰਦੇ? ਦੇਖੋ, ਮੇਰਾ ਜਿਹੜਾ ਇਲਾਕਾ ਖੰਨਾ ਉਹ 2 ਹਿੱਸਿਆਂ 'ਚ ਵੰਡਿਆ ਹੋਇਆ ਜੀ। ਇੱਕ ਸ਼ਹਿਰ ਦਾ ਪਾਰਟ ਹੈ ਔਰ ਦੂਸਰਾ ਦਿਹਾਤ ਹੈ ਜੀ। ਔਰ ਅਸੀਂ ਦੋਨਾਂ 'ਚ ਹੀ ਪ੍ਰੋਪਰ ਬਿਨਾਂ ਭੇਦਭਾਵ ਤੋਂ ਪੂਰੇ ਜਿਹੜੇ ਸਰਕਾਰ ਵੱਲੋਂ ਦਿੱਤੇ ਫੰਡਸ ਨੇ ਯੂਟੀਲਾਈਜ਼ ਕੀਤੇ ਨੇ ਜੀ।
ਸ਼ਹਿਰ ਕਿਉਂਕਿ ਪੰਜਾਬ ਦੇ ਵੱਡੇ ਸ਼ਹਿਰਾਂ ਚੋਂ ਆਉਂਦਾ ਖੰਨਾ, ਬਿਲਕੁਲ। ਔਰ ਏਸ਼ੀਆ ਦੀ ਸਭ ਤੋਂ ਵੱਡੀ ਗ੍ਰੇਨ ਮਾਰਕੀਟ ਵੀ ਹੈ। ਹੂੰ। ਤੋ ਇੱਥੇ ਬਹੁਤ ਸਾਰੇ ਕੰਮ ਜਿਹੜੇ ਸੀ ਉਹ ਹੋਣ ਵਾਲੇ ਸੀਗੇ। ਹੂੰ। ਮੇਨਲੀ ਜਿਹੜਾ ਸਭ ਤੋਂ ਵੱਡਾ ਕੰਮ ਸੀ ਉਹ ਸੀਵਰੇਜ ਦਾ ਸੀਗਾ, ਜੀ ਪੀਣ ਵਾਲੇ ਪਾਣੀ ਦਾ ਸੀ, ਕਿਉਂਕਿ ਸ਼ਹਿਰ ਵੱਡਾ ਹੁੰਦਾ ਜਾ ਰਿਹਾ ਦਿਨ ਪ੍ਰਤੀ ਦਿਨ, ਜੀ ਔਰ ਬਹੁਤ ਜ਼ਿਆਦਾ ਲੋੜ ਸੀਗੀ, ਖਾਸ ਕਰਕੇ ਲਾਈਨੋ ਪਾਰ ਇਲਾਕਾ ਜਾਂ ਆਊਟਰ ਵਾਰਡਸ ਜਿਹੜੇ ਸੀਗੇ ਉੱਥੇ ਬਹੁਤ ਬੁਰਾ ਹਾਲ ਸੀ, ਨਰਕ ਦੀ ਜ਼ਿੰਦਗੀ ਜਿਉ ਰਹੇ ਸੀ ਲੋਕ। ਔਰ ਪਿਛਲੀ ਅਕਾਲੀ ਦਲ ਭਾਜਪਾ ਦੀ 10 ਸਾਲ ਸਰਕਾਰ ਰਹੀ ਆ, ਉਹਨਾਂ ਨੇ ਵੀ ਵਾਅਦੇ ਬੜੇ ਕੀਤੇ ਪਰ ਇੱਕ ਵੀ ਵਾਅਦਾ ਜਿਹੜਾ ਵਫਾ ਨਹੀਂ ਹੋਇਆ ਜੀ। ਔਰ ਅਸੀਂ ਵੀ ਕੋਸ਼ਿਸ਼ ਕੀਤੀ ਜਦੋਂ ਹੁਣ ਸਰਕਾਰ 'ਚ ਆਏ ਕਿ ਇਹ ਸਭ ਤੋਂ ਵੱਡਾ ਜਿਹੜਾ ਫੈਸਲਾ ਲੋਕਾਂ ਦੇ ਨਾਲ ਕੀਤਾ ਹੈ ਔਰ ਵਾਅਦਾ ਕੀਤਾ ਜੀ ਉਹ ਕਿਵੇਂ ਪੂਰਾ ਕੀਤਾ ਜਾਵੇ, ਜੀ ਕਿਉਂਕਿ ਇਹਦੇ 'ਚ ਤਕਰੀਬਨ ਜੇ ਮੈਂ ਕਹਾਂ ਕਿ 200 ਕਰੋੜ ਦਾ ਫੰਡਸ ਦੀ ਇਨਵੋਲਵਮੈਂਟ ਸੀਗੀ ਜੀ ਔਰ ਪਹਿਲਾਂ ਤਾਂ ਅਸੀਂ ਇਹਨੂੰ ਅੰਮ੍ਰਿਤ ਪਲਾਨ ਦੇ ਵਿੱਚ ਸ਼ਾਮਲ ਕਰਾਇਆ ਆਪਣੇ ਸ਼ਹਿਰ ਨੂੰ, ਜੀ ਔਰ ਉਸ ਤੋਂ ਬਾਅਦ ਜਿਹੜਾ ਸਟੇਟ ਸ਼ੇਅਰ ਹੁੰਦਾ ਉਹ ਜਾਰੀ ਕਰਵਾ ਕੇ ਔਰ ਫਿਰ ਜਿਹੜੇ ਨਿਯਮ ਨੇ ਸਰਕਾਰ ਦੇ ਟੈਂਡਰਿੰਗ ਸਿਸਟਮ ਹੈ, ਜੀ ਸੋ ਉਹ ਸਾਰਾ ਜਿਹੜੀ ਬਹੁਤ ਲੰਮਾ ਪ੍ਰੋਸੈਸ ਹੁੰਦਾ, ਸੋ ਉਸ ਨੂੰ ਸਿਰੇ ਚੜਾ ਕੇ ਅੱਜ ਮੈਂ ਕਹਿ ਸਕਦਾ ਜਦੋਂ ਕਿ ਅਸੀਂ ਹੁਣ ਲੋਕਾਂ 'ਚ ਜਾ ਰਹੇ ਹਾਂ, ਸਾਡੇ 5 ਸਾਲ ਤਕਰੀਬਨ ਪੂਰੇ ਹੋ ਗਏ ਨੇ, 100% ਸੀਵਰੇਜ ਜਿਹੜਾ ਸ਼ਹਿਰ ਦੇ ਵਿੱਚ ਵਿਛ ਚੁੱਕਿਆ। ਜੀ ਜਿੰਨੀਆਂ ਵੀ ਵੱਡੇ ਹਰਡਲ ਸੀਗੇ, ਕਿਉਂਕਿ ਰੇਲ ਲਾਈਨ ਲੰਘਾਉਣੀ ਸੀ ਥੱਲੇ 'ਚ ਹੀ, GT ਰੋਡ ਆ, ਨੈਸ਼ਨਲ ਹਾਈਵੇ ਉਹਦੇ ਥੱਲੇ 'ਚ ਹੀ ਵੀ ਬਹੁਤ ਵੱਡੀ ਪਾਈਪ ਜਿਹੜੀ ਸੀਗੀ ਸੀਵਰੇਜ ਦੀ ਉਹ ਥੱਲੇ 'ਚ ਹੀ ਲੰਘਣੀ ਸੀਗੀ, ਉਹ ਸਾਰੇ ਹਰਡਲ ਪੂਰੇ ਹੋ ਕੇ ਹੁਣ ਤਕਰੀਬਨ ਗਲੀਆਂ ਦੇ ਵਿੱਚ ਵੱਡੀਆਂ ਸੜਕਾਂ ਨੇ ਉਹਨਾਂ ਤੇ ਲਾਈਨਾਂ ਵਿਛ ਚੁੱਕੀਆਂ ਨੇ ਔਰ ਤਕਰੀਬਨ ਹੁਣ STP ਸਾਡਾ ਚਾਲੂ ਹੋ ਚੁੱਕਿਆ ਤੇ ਟ੍ਰੀਟਮੈਂਟ ਪਲਾਂਟ ਦੇ ਨਾਲ ਅਸੀਂ ਹੁਣ ਆਪਣੇ ਸ਼ਹਿਰ ਦਾ ਜਿੰਨਾ ਵੀ ਸੀਵਰੇਜ ਦਾ ਪਾਣੀ ਆ ਉਹ ਬਾਹਰ ਕੱਢ ਕੇ ਅਸੀਂ ਲਸਾੜਾ ਡਰੇਨ 'ਚ ਉਹਨੂੰ ਵੀ ਅੰਡਰਗਰਾਉਂਡ ਕਰਵਾ ਦਿੱਤਾ ਜੀ। ਕੋਟਲੀ ਸਾਹਿਬ 2017 'ਚ ਵਾਅਦੇ ਬਹੁਤ ਵੱਡੇ ਹੋਏ ਸੀ, ਘਰ ਘਰ ਨੌਕਰੀ ਦੇਣੀ, ਬੇਰੁਜ਼ਗਾਰੀ ਭੱਤਾ ਦੇਣਾ, ਪੂਰਨ ਕਰਜ਼ਾ ਮਾਫ ਕਰਨਾ। ਲੋਕ ਸਵਾਲ ਪੁੱਛਦੇ ਨੇ ਵੀ ਕਿੱਥੇ ਗਏ ਹੋ ਮੁੱਦੇ, ਫਿਰ ਹੁਣ ਵੋਟਾਂ ਲੈਣ ਤੁਸੀਂ ਜਾ ਰਹੇ ਹੋ, ਕਿਸ ਤਰ੍ਹਾਂ ਦਾ ਲੋਕਾਂ ਨੂੰ ਸੰਤੁਸ਼ਟ ਕਰੋਗੇ? ਦੇਖੋ ਜਿਹੜੀ ਤਾਂ ਸਰਕਾਰੀ ਨੌਕਰੀ ਦੀ ਗੱਲ ਹੈ ਜੀ, ਕਿਉਂਕਿ ਸਰਕਾਰ ਕੋਲ ਜਿੰਨੇ ਕੁ ਸਾਧਨ ਨੇ, ਜਿੰਨਾ ਕੁ ਸਰਕਾਰ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਸਕਦੀ ਆ ਸਰਕਾਰੀ ਤੌਰ ਤੇ, ਉਹਦੇ 'ਚ ਵੀ ਅਸੀਂ ਪੂਰੀ ਕੋਸ਼ਿਸ਼ ਕੀਤੀ ਆ, ਸਰਕਾਰੀ ਨੌਕਰੀਆਂ ਦਿੱਤੀਆਂ ਨੇ ਔਰ ਉਹਦੇ ਨਾਲ ਨਾਲ ਸਾਡੀ ਕੋਸ਼ਿਸ਼ ਰਹੀ ਆ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਅਸੀਂ ਵੱਧ ਤੋਂ ਵੱਧ ਲੋਕਾਂ ਲਈ ਰੁਜ਼ਗਾਰ ਪੈਦਾ ਕਰੀਏ, ਰੁਜ਼ਗਾਰ ਦੇ ਸਾਧਨ ਪੈਦਾ ਕਰੀਏ। ਔਰ ਅਸੀਂ ਇਹਨਾਂ 5 ਸਾਲਾਂ 'ਚ ਮੇਰੇ ਕੋਲ, ਕਿਉਂਕਿ ਹੁਣ ਇੰਡਸਟਰੀਜ਼ ਐਂਡ ਕਾਮਰਸ ਮਿਨਿਸਟਰੀ ਹੈ ਔਰ ਠੀਕ ਆ 3 ਮਹੀਨੇ ਤੋਂ ਮੈਨੂੰ ਵੀ ਵਜ਼ੀਰ ਬਣ ਕੇ ਮੌਕਾ ਲੱਗਿਆ ਮਹਿਕਮੇ ਦਾ ਦੇਖਣ ਦਾ, ਤੇ ਅਸੀਂ ਪਿਛਲੇ 5 ਸਾਲਾਂ 'ਚ 1 ਲੱਖ ਕਰੋੜ ਦਾ ਨਿਵੇਸ਼ ਕਰਵਾਇਆ। ਸੋ ਇਹ ਬਹੁਤ ਇੱਕ ਵੱਡਾ ਹਿਸਟੋਰਿਕ ਸਟੈਪ ਆ, ਜੇ ਕਹਿ ਸਕਦੇ ਹਾਂ ਇੱਕ ਬਹੁਤ ਵੱਡਾ ਨਿਵੇਸ਼ ਜਿਹੜਾ ਹੋਇਆ ਸਾਡੇ ਪੰਜਾਬ ਦੇ ਵਿੱਚ ਹੋਇਆ, ਉਹਦੇ ਨਾਲ ਬਹੁਤ ਸਾਰੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲਿਆ, ਰੁਜ਼ਗਾਰ ਦੇ ਸਾਧਨ ਮਿਲੇ ਨੇ। ਸੋ ਇਸ ਕਰਕੇ ਅਸੀਂ ਸਾਡੀ ਸਰਕਾਰ ਨੇ ਬਾਏ ਐਂਡ ਲਾਰਜ ਇਹ ਕੋਸ਼ਿਸ਼ ਕੀਤੀ ਹੈ ਕਿ ਜੋ ਅਸੀਂ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹ ਅਸੀਂ ਪੂਰਾ ਕੀਤਾ ਕਿਉਂਕਿ ਪੜ੍ਹਿਆ ਲਿਖਿਆ ਸਾਡਾ ਬਹੁਤ ਵੱਡਾ ਯੂਥ ਆ, ਸਟਰੈਂਥ ਹੈ ਔਰ ਅਸੀਂ ਉਹਨੂੰ ਕਿਸ ਤਰ੍ਹਾਂ ਮੋਟੀਵੇਟ ਕਰਨਾ, ਉਹਨੂੰ ਯੂਟਿਲਾਈਜ਼ ਕਰਨਾ, ਸੋ ਉਹਦੇ 'ਚ ਵੀ ਅਸੀਂ ਕਾਮਯਾਬ ਹੋਏ ਔਰ ਉਹਦੇ ਨਾਲ ਨਾਲ ਤੁਸੀਂ ਗੱਲ ਕੀਤੀ ਆ ਕਿ ਆਪਣੇ ਦੂਸਰੇ ਵਾਅਦਿਆਂ ਦੀ, ਜਿਸ ਤਰ੍ਹਾਂ ਬੇਰੁਜ਼ਗਾਰੀ ਭੱਤਾ ਹੋ ਗਿਆ, ਕਰਜ਼ਾ ਮਾਫੀ। ਦੇਖੋ ਪਹਿਲਾ ਸੂਬਾ ਸਾਡਾ ਪੰਜਾਬ ਜਿਹਨੇ ਇਹ ਤਹੱਈਆ ਕੀਤਾ ਪੂਰੇ ਦੇਸ਼ ਦੇ ਵਿੱਚੋਂ ਕਿ ਅਸੀਂ ਕਰਜ਼ਾ ਮਾਫੀ ਵੱਲ ਅੱਗੇ ਵਧੇ ਔਰ ਜਿੱਥੇ ਅਸੀਂ ਪਹਿਲੇ ਫੇਜ਼ ਦੇ ਵਿੱਚ, ਫਿਰ ਸੈਕੰਡ ਫੇਜ਼ ਦੇ ਵਿੱਚ, ਹੁਣ ਮੁੱਖ ਮੰਤਰੀ ਜੀ ਨੇ 3rd ਫੇਜ਼ ਦੇ ਵਿੱਚ ਜਿਹੜੇ ਨਵੇਂ ਸਾਡੇ ਮੁੱਖ ਮੰਤਰੀ ਬਣੇ ਨੇ ਉਹਨਾਂ ਨੇ ਇਹ ਕਰਜ਼ਾ ਮਾਫੀ ਦਾ ਬਹੁਤ ਵੱਡਾ ਇੱਕ ਪ੍ਰੋਗਰਾਮ ਦਿੱਤਾ ਔਰ ਉਹਦੇ 'ਚ ਅਸੀਂ 2 ਲੱਖ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਔਰ ਕੋਈ ਵੀ ਸੂਬਾ ਨਹੀਂ, ਤੁਸੀਂ ਗੱਲ ਕਰਕੇ ਦੇਖ ਲਓ ਕਿਸੇ ਵੀ ਸੂਬੇ ਦੀ ਜਿਹਨੇ ਕਿਤੇ ਕਿਸਾਨੀ ਕਰਜ਼ੇ ਤੇ ਐਡਾ ਵੱਡਾ ਕਦਮ ਚੁੱਕਿਆ ਹੋਵੇ। ਤੋ ਇਸ ਕਰਕੇ ਐਗਜ਼ਾਮਪਲ ਦੇ ਤੌਰ ਤੇ ਸਾਰੇ ਸੂਬਿਆਂ ਨੇ ਪੰਜਾਬ ਮਾਡਲ ਨੂੰ ਅਪਣਾਇਆ। ਸੋ ਇਸ ਕਰਕੇ ਅਸੀਂ ਕਰਜ਼ਾ ਮਾਫ ਕੀਤਾ ਔਰ ਲੋਕਾਂ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਜ਼ਿਆਦਾ ਖੁਸ਼ੀ ਹੈ। ਤੁਸੀਂ ਜਾ ਕੇ ਜਿਹਦੇ ਨਾਲ ਮਰਜ਼ੀ ਗੱਲ ਕਰ ਸਕਦੇ ਹੋ। ਠੀਕ ਹੈ, ਕਈਆਂ ਦੇ ਕਾਗਜ਼ ਪੱਤਰ ਨਹੀਂ ਠੀਕ ਹੁੰਦੇ ਜਾਂ ਕਈਆਂ ਨੇ ਕਰਜ਼ਾ ਤਰੀਕੇ ਨਾਲ ਨਹੀਂ ਲਿਆ ਹੁੰਦਾ, ਹੋ ਸਕਦਾ ਉਹਨਾਂ ਦਾ ਨਾ ਹੋਇਆ ਹੋਵੇ, ਪਰ ਜ਼ਿਆਦਾਤਰ ਲੋਕਾਂ ਦਾ ਜਿਹੜਾ ਕਿਸਾਨੀ ਕਰਜ਼ਾ ਸੀ ਮਾਫ ਕਰਨ 'ਚ ਕਾਮਯਾਬ ਹੋਏ। ਇਹ ਵੀ ਬਹੁਤ ਵੱਡੀ ਉਪਲਬਧੀ ਤੁਸੀਂ ਕਹਿ ਸਕਦੇ ਹੋ ਵੀ ਪੰਜਾਬ ਸਰਕਾਰ ਦੀ। ਕੋਟਲੀ ਸਾਹਿਬ ਇੱਕ ਹੋਰ ਬਹੁਤ ਵੱਡਾ ਇਸ਼ੂ ਸੀ 2017 ਦੇ ਵਿੱਚ, ਬੇਅਦਬੀ ਗੋਲੀ ਕਾਂਡ। ਇਸ ਕਰਕੇ ਹੀ ਮੈਨੂੰ ਲੱਗਦਾ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਆਈ ਸੀ, ਕਿਉਂਕਿ 10 ਸਾਲ ਅਕਾਲੀ ਦਲ ਨੇ ਰਾਜ ਕੀਤਾ ਪਰ ਉਹਦਾ ਇਨਸਾਫ ਨਹੀਂ ਮਿਲ ਸਕਿਆ ਸਿੱਖ ਕੌਮ ਨੂੰ। ਉਹ ਵੀ ਨਿਰਾਸ਼ ਨੇ ਸਿੱਖ ਵੀ
ਜਿਨ੍ਹਾਂ ਨੂੰ ਭਰੋਸਾ ਸੀ ਵੀ ਕਾਂਗਰਸ ਪਾਰਟੀ ਆਈ ਆ ਹੁਣ ਸਾਨੂੰ ਇਨਸਾਫ ਦੇਣਗੇ? ਨਹੀਂ ਦੇਖੋ, ਅਸੀਂ ਇਹਨਾਂ ਸਾਲਾਂ ਦੇ ਵਿੱਚ ਜਿੰਨੇ ਵੀ ਦੋਸ਼ੀ ਲੋਕ ਸੀ ਅਸੀਂ ਉਹਨਾਂ ਨੂੰ ਦੀ ਸ਼ਨਾਖਤ ਕੀਤੀ ਹੈ ਜੀ। ਉਹਨਾਂ ਨੂੰ ਜੇਲ੍ਹ ਦੇ ਵਿੱਚ ਲੈ ਕੇ ਗਏ ਆ, ਉਹਨਾਂ ਨੂੰ ਕਾਨੂੰਨ ਦੇ ਅਨੁਸਾਰ ਜਿਹੜੀ ਆ ਉਹਨਾਂ ਤੇ ਕਾਰਵਾਈ ਕੀਤੀ ਹੈ ਜੀ। ਔਰ ਅਸੀਂ ਸੱਚ ਪਤਾ ਲਾਇਆ ਵੀ ਕੌਣ ਲੋਕ ਸੀਗੇ। ਹੂੰ। ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਅਸੀਂ ਉਹਨਾਂ ਨੂੰ ਇਨਸਾਫ ਨਹੀਂ ਅਸੀਂ ਕਰ ਸਕੇ, ਅਸੀਂ ਪੂਰਾ ਇਨਸਾਫ ਦਿੱਤਾ ਹੈਗਾ। ਬਹੁਤ ਸਾਰੇ ਕੇਸਾਂ ਦਾ ਨਿਪਟਾਰਾ ਹੋ ਚੁੱਕਿਆ ਜਿਹੜੇ ਅੰਡਰ ਟਰਾਇਲ ਚੱਲ ਰਹੇ ਨੇ ਕੋਰਟ ਦੇ ਵਿੱਚ। ਕਾਨੂੰਨ ਦਾ ਇੱਕ ਲੰਮਾ ਸਿਸਟਮ ਹੈ ਔਰ ਉਹਦੇ ਨਾਲ ਨਾਲ ਸਾਡੀਆਂ SITs ਬਣੀਆਂ ਹੋਈਆਂ ਨੇ ਜੀ। ਔਰ ਉਹ ਆਪੋ ਆਪਣੇ ਤਰੀਕੇ ਨਾਲ ਬੜੀ ਬਰੀਕੀ ਦੇ ਨਾਲ ਹਰ ਪਹਿਲੂ ਤੇ ਉਹ ਤਫਤੀਸ਼ ਕਰ ਰਹੀਆਂ ਨੇ ਔਰ ਉਹ ਤੋਂ ਬਾਅਦ ਜਿਹੜਾ ਸੱਚ ਆ ਉਹ ਸਾਹਮਣੇ ਆਉਣਾ ਹੀ ਆਉਣਾ, ਐਸੀ ਕੋਈ ਗੱਲ ਨਹੀਂ। ਅਸੀਂ ਸਾਡੀ ਸਰਕਾਰ ਨੇ ਬੜੀ ਹੀ ਬਰੀਕੀ ਦੇ ਨਾਲ, ਬੜੀ ਮੁਸਤੈਦੀ ਦੇ ਨਾਲ, ਔਰ ਕਿਉਂਕਿ ਇਹ ਇੱਕ ਇਮੋਟਿਵ ਇਸ਼ੂ ਆ, ਭਾਵੁਕਤਾ ਦਾ ਮਸਲਾ, ਹਰ ਪੰਜਾਬੀ ਔਰ ਹਰ ਸਿੱਖ ਔਰ ਹਰ ਇੱਕ ਇਨਸਾਨ ਦੇ ਨਾਲ ਜੁੜੀ ਹੋਈ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੇ ਨੇ ਜੀ, ਸਰਵਉੱਚ ਨੇ। ਸੋ ਇਸ ਕਰਕੇ ਇਹ ਸਾਡਾ ਮਸਲਾ ਉਹ ਸਾਡਾ ਸਾਰਿਆਂ ਦਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਵੀ ਇਹ ਮਾੜੇ ਲੋਕ ਸੀਗੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਵਾਈਆਂ ਜਾਣ। ਕਿੰਨਾ ਸਮਾਂ ਹੋਰ ਚਾਹੀਦਾ ਇਨਸਾਫ ਲੈਣ ਲਈ? ਇੱਕ ਟਰਮ ਹੋਰ ਚਾਹੀਦੀ? ਨਹੀਂ ਚਲੋ ਇਹ ਟਰਮ ਦੀ ਗੱਲ ਨਹੀਂ, ਇਹਨੂੰ ਆਪਾਂ ਸਿਆਸਤ ਨਾਲ ਨਾ ਜੁੜ ਕੇ ਦੇਖੀਏ ਜੀ। ਠੀਕ ਹੈ, ਇਹ ਘਟਨਾਵਾਂ ਹੋਈਆਂ ਅਕਾਲੀ ਭਾਜਪਾ ਦੇ ਸਰਕਾਰ ਦੇ ਸਮੇਂ 'ਚ ਔਰ ਉਹਨਾਂ ਨੇ ਇਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਜੀ। ਤੁਸੀਂ ਦੇਖੋ ਪਹਿਲਾਂ CBI ਨੂੰ ਕੇਸ ਦੇ ਦਿੱਤਾ ਗਿਆ, CBI ਜਿਹੜੀ ਸੀਗੀ ਉਹ ਠੰਡੇ ਬਸਤੇ ਉਹਨਾਂ ਨੇ ਪਾ ਦਿੱਤੀ ਗੱਲ ਔਰ ਕੋਈ ਉਹ ਤੋਂ ਪਤਾ ਹੀ ਅਤਾ ਹੀ ਪਤਾ ਨਹੀਂ ਸੀਗਾ। ਔਰ 2015 ਦੀਆਂ ਇਹ ਘਟਨਾਵਾਂ ਅਕਾਲੀ ਭਾਜਪਾ ਸਰਕਾਰ 'ਚ ਤੁਸੀਂ ਦੇਖੋ, 2017 ਜਦੋਂ ਅਸੀਂ ਆਏ ਜੀ, ਅਸੀਂ ਉਹ ਜਿਹੜੇ ਕੇਸ ਦੀਆਂ ਫਾਈਲਾਂ ਸੀਗੀਆਂ CBI ਤੋਂ ਵਾਪਸ ਲਈਆਂ, ਇੱਥੋਂ ਤੱਕ ਕਿ ਸਾਨੂੰ ਕਚਹਿਰੀਆਂ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਜੀ, ਕਿਉਂਕਿ ਲੋਕ ਨਹੀਂ ਸੀ ਚਾਹੁੰਦੇ ਵੀ ਕਿਸੇ ਤਰੀਕੇ ਨਾਲ ਵੀ ਸਾਡੀ ਸਰਕਾਰ ਦੇ ਸਮੇਂ 'ਚ ਕੋਈ ਨਾ ਕੋਈ ਇਨਸਾਫ ਦੀ ਜਿਹੜੀ ਕਿਰਨ ਜਾਗ ਸਕੇ ਜੀ। ਔਰ ਇਹਨਾਂ ਨੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਥੇਰੇ ਇਹਨਾਂ ਨੇ ਡਿੱਕੇ ਪਾਏ, ਕੇਂਦਰ ਸਰਕਾਰ ਵੀ ਇਹਨਾਂ ਦੀ ਸੀ ਉਸ ਸਮੇਂ। ਸੋ ਪਰ ਅਸੀਂ ਫਿਰ ਵੀ ਉਸ ਦੇ ਬਾਵਜੂਦ ਇਹ ਕੇਸਾਂ ਨੂੰ ਅਸੀਂ ਪੰਜਾਬ 'ਚ ਲਿਆ ਕੇ ਔਰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਜਿੰਨੇ ਵੀ ਲੋਕ ਦੋਸ਼ੀ ਸੀਗੇ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਵੀ ਦਿੱਤਾ। ਹੁਣ ਪੰਜਾਬ ਦੇ ਲੋਕ ਜਾਂ ਸਿੱਖ ਤੁਹਾਡੇ ਤੇ ਭਰੋਸਾ ਜਤਾਉਣ ਵੀ ਇਨਸਾਫ ਮਿਲੇਗਾ? ਬਿਲਕੁਲ ਮਿਲੇਗਾ, ਕਿਉਂ ਨਹੀਂ ਮਿਲੇਗਾ, ਹਰ ਹਾਲ ਮਿਲੇਗਾ ਔਰ ਹਰ ਕਦਮ ਤੇ ਮਿਲੇਗਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਾਡੀ ਸਰਕਾਰ ਪੂਰੀ ਗੰਭੀਰ ਹੈ ਔਰ ਜੇ ਕੋਈ ਕਿਤੇ ਵੀ ਕੋਈ ਮਾੜੀ ਮੋਟੀ ਵੀ ਕੋਈ ਉਨਤਾ ਹੀ ਰਹਿ ਗਈ ਅਸੀਂ ਉਹ ਵੀ ਪੂਰੀ ਕਰਾਂਗੇ। ਵਿਕਰਮ ਮਜੀਠੀ ਤੇ FIR ਕੀਤੀ ਡਰੱਗ ਮਾਮਲੇ ਦੇ ਵਿੱਚ, ਪਰ ਗ੍ਰਿਫਤਾਰੀ ਨਹੀਂ ਹੋ ਸਕੀ, ਉਹ ਜ਼ਮਾਨਤ ਲੈ ਗਏ। ਉਹ ਕਹਿੰਦੇ ਵੀ ਕਾਂਗਰਸ ਦੇ ਲੀਡਰਾਂ ਨੂੰ ਪਤਾ ਸੀ ਕਿ ਵਿਕਰਮ ਮਜੀਠੀ ਦਾ ਖੁਦ ਬਿਆਨ ਆਉਂਦਾ ਮੈਂ ਕਿੱਥੇ ਸੀ, ਰਾਹੂ ਕੇਤੂ ਦੱਸ ਰਹੇ ਨੇ ਉਹ ਚੰਨੀ ਸਾਹਿਬ ਤੇ ਰੰਧਾਵਾ ਨੂੰ। ਫਿਰ ਵਿਕਰਮ ਮਜੀਠੀਆ ਜਦੋਂ ਪਰਚਾ ਦਰਜ ਹੋ ਗਿਆ ਸੀ, ਜੇ ਉਹ ਨਿਰਦੋਸ਼ ਸੀਗਾ ਤਾਂ ਫਿਰ ਉਹ ਸਾਹਮਣੇ ਕਿਉਂ ਨਹੀਂ ਆਇਆ? ਕਿਉਂ ਲੁਕਦਾ ਰਿਹਾ? ਕਿਉਂ ਉਹਨੂੰ ਬੇਲ ਲੈਣੀ ਪਈ? ਜੇ ਉਹ ਸੱਚਾ ਸੀਗਾ, ਜੇ ਉਹਨੂੰ ਪਤਾ ਸੀ ਵੀ ਮੇਰੇ ਤੇ ਕੋਈ ਐਲੀਗੇਸ਼ਨ ਨਹੀਂ ਹੈਗਾ, ਬਣਦਾ ਨਹੀਂ, ਤਾਂ ਫਿਰ ਉਹ ਸ਼ਰੇਆਮ ਆ ਕੇ ਕਹਿੰਦਾ ਵੀ ਹਾਂ ਦੱਸੋ ਮੈਨੂੰ ਕਿੱਥੇ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੋ, ਕਿੱਥੇ ਮੇਰੀ ਲੋੜ ਹੈ। ਫਿਰ ਤਾਂ ਅਸੀਂ ਮੰਨਦੇ ਕਿ ਉਹ ਬਹੁਤ ਦਲੇਰ ਹੈ। 6 ਫੁੱਟ 4 ਇੰਚ ਦਾ ਬੰਦਾ ਲੁਕਦਾ ਫਿਰਦਾ ਸੀਗਾ ਔਰ ਉਹਨੂੰ ਅਖੀਰ ਦੇ ਵਿੱਚ ਬੇਲ ਲੈਣੀ ਪਈ ਹੈ। ਤਾਂ ਇੱਥੋਂ ਹੀ ਪਤਾ ਲੱਗਦਾ ਹੈ ਕਿ ਇਹੋ ਜਿਹੇ ਲੋਕ ਜਿਹੜੇ ਨੇ ਜਿਹੜੇ ਸਹੀ ਮਾਇਨਿਆਂ 'ਚ ਦੋਸ਼ੀ ਨੇ, ਜਿਨ੍ਹਾਂ ਨੇ ਆਪਣੇ 10 ਸਾਲਾਂ ਦੇ ਰਾਜ ਦੇ ਵਿੱਚ ਜਿਸ ਤਰੀਕੇ ਨਾਲ ਨਸ਼ਿਆਂ ਦਾ ਕਾਰੋਬਾਰ ਚਲਾਇਆ ਔਰ ਲੁੱਟ ਖਸੁੱਟ ਕੀਤੀ, ਇਹਦੇ ਤੋਂ ਕੋਈ ਲੁਕੀ ਛਿਪੀ ਗੱਲ ਨਹੀਂ, ਕੋਈ ਮੁਨਕਰ ਨਹੀਂ ਹੋ ਸਕਦਾ। ਪਰ ਉਹ ਕਹਿੰਦੇ ਵੀ ਜੇਕਰ ਅਸੀਂ ਨਸ਼ਿਆਂ ਦਾ ਕਾਰੋਬਾਰ ਕਰਦੇ ਸਾਨੂੰ ਫੜ ਕੇ ਅੰਦਰ ਦਿਓ। ਉਹ ਤਾਂ ਲਲਕਾਰੇ ਮਾਰਦੇ ਫਿਰਦੇ ਨੇ, 5 ਸਾਲ ਦੇ ਵਿੱਚ ਘੁੰਮਦੇ ਰਹੇ ਤਾਂ ਸਰਿਆਮ। ਉਹ ਕਹਿੰਦੇ ਇਲਜ਼ਾਮ ਨਾ ਲਾਓ, ਸਾਡਾ ਕੁਛ ਕਰਕੇ ਦਿਖਾਓ, ਹਮ ਤਾਂ ਜੇਲ੍ਹ 'ਚ ਬੰਦ ਕਰੋ। ਦੇਖੋ ਸਾਤੋਂ ਗਲਤੀ ਜ਼ਰੂਰ ਹੋਈ ਆ, ਅਸੀਂ ਉਹਨਾਂ ਨੂੰ ਆਪਣੇ ਪੂਰੇ ਕਾਰਜਕਾਲ ਦੇ ਸਮੇਂ 'ਚ ਨਹੀਂ ਨੱਥ ਪਾ ਸਕੇ, ਪਰ ਸਾਡੀ ਸਰਕਾਰ ਨਵੀਂ ਆਉਣ ਦੇ ਸਾਰ ਹੀ ਮੁੱਖ ਮੰਤਰੀ ਜੀ ਨੇ ਕਿੱਡਾ ਵੱਡਾ ਇਹ ਕਦਮ ਚੁੱਕਿਆ ਔਰ ਸਾਡੇ ਗ੍ਰਹਿ ਮੰਤਰੀ ਜੀ ਨੇ ਪੂਰੀ ਇਸ ਗੱਲ ਦੇ ਲਈ ਆਪਣੀ ਪੂਰੀ ਵਾਹ ਲਾਈ ਹੈ ਕਿ ਇਹੋ ਜਿਹੇ ਲੋਕ ਕਾਨੂੰਨ ਦੇ ਜਿਹੜੇ ਕਾਨੂੰਨ ਨੂੰ ਟਿੱਚ ਜਾਣਦੇ ਨੇ, ਉਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਲਿਆ ਕੇ ਸਜ਼ਾਵਾਂ ਦਿੱਤੀਆਂ ਜਾਣ ਔਰ ਅੱਜ ਇਹਨਾਂ ਨੂੰ ਜਿਹੜੇ ਕਾਨੂੰਨ ਦੇ ਅੰਦਰ ਆ ਕੇ ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਹੀ ਮਿਲਣਗੀਆਂ। ਐਸੀ ਗੱਲ ਨਹੀਂ, ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਆਪਣੇ ਕੀਤੇ ਦਾ ਜਿਹੜਾ ਵਾ ਉਹ ਪਛਤਾਵਾ ਇਹਨਾਂ ਨੂੰ ਕਰਨਾ ਪਊਗਾ। ਪਹਿਲਾਂ ਕਿਉਂ ਨਹੀਂ ਕਾਰਵਾਈ ਹੋਈ? ਤੁਹਾਨੂੰ ਕੀ ਲੱਗਦਾ ਇਹਦੇ ਪਿੱਛੇ ਕੀ ਕਾਰਨ ਸੀ? ਕਿਉਂ ਲੇਟ ਕਾਰਵਾਈ, ਕਿਹੜੀ FIR ਦਰਜ ਕੀਤੀ ਗਈ? ਜੇਕਰ ਹੁਣ ਪੁਰਾਣੇ ਮੁੱਖ ਮੰਤਰੀ ਦੱਸ ਸਕਦੇ ਨੇ ਵੀ ਕਿਉਂ ਨਹੀਂ ਕਾਰਵਾਈ ਹੋਈ। ਅਸੀਂ ਤਾਂ ਪਹਿਲਾਂ ਵੀ ਇਸ ਗੱਲ ਤੇ ਪੂਰਾ ਜ਼ੋਰ ਦਿੰਦੇ ਰਹੇ ਹਾਂ, ਬਚਾਉਂਦੇ ਰਹੇ। ਇੱਥੋਂ ਤੱਕ ਇਸ ਤਾਂ ਚਿੱਠੀ ਵੀ ਲਿਖੀ ਸੀਗੀ, ਤਕਰੀਬਨ ਅਸੀਂ 60 ਵਿਧਾਇਕਾਂ ਨੇ ਮੁੱਖ ਮੰਤਰੀ ਜੀ ਨੂੰ ਉਸ ਸਮੇਂ ਚਿੱਠੀ ਲਿਖੀ ਸੀ। ਕੈਪਟਨ ਸਾਹਿਬ ਬਚਾਉਂਦੇ ਰਹੇ ਵਿਕਰਮ ਮਜੀਠੀਆ। ਦੇਖੋ ਹੁਣ ਇਹ ਇੱਥੇ ਤਾਂ ਹੁਣ ਕੈਪਟਨ ਸਾਹਿਬ ਹੀ ਦੱਸ ਸਕਦੇ ਨੇ ਵੀ ਕਿਉਂ ਨਹੀਂ ਕਾਰਵਾਈ ਕੀਤੀ ਉਹਨਾਂ ਨੇ।
ਕੀ ਕੋਈ ਮਿਲੀ ਭੁਗ ਸੀਗੀ, ਕੀ ਉਹਨਾਂ ਨੂੰ ਬਚਾਉਣ ਦੀ ਕੋਈ ਗੱਲ ਸੀਗੀ, ਤਾਂ ਉਹਦੇ ਪਿੱਛੇ ਕੀ ਸੱਚਾਈ ਸੀਗੀ, ਇਹ ਤਾਂ ਉਹੀ ਦੱਸ ਸਕਦੇ ਨੇ। ਪਰ ਸਾਡੀ ਅਸੀਂ ਮੰਗ ਪੂਰੀ ਕਰਦੇ ਰਹੇ ਹਾਂ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਲਿਆਂਦਾ ਜਾਵੇ। ਕੋਟਲੀ ਸਾਹਿਬ, ਟਿਕਟਾਂ ਤੁਸੀਂ ਨੇ ਐਲਾਨ ਦਿੱਤੀਆਂ ਨੇ, 86 ਟਿਕਟਾਂ ਜਿਹੜੀਆਂ ਹਾਈ ਕਮਾਨ ਨੇ ਐਲਾਨਤੀਆਂ, ਪਰ ਬਗਾਵਤ ਵੀ ਲਗਾਤਾਰ ਜਾਰੀ ਆ। ਸੀਐਮ ਚੰਨੀ ਦੇ ਭਰਾ ਨੇ ਜਿਹੜੇ, ਉਹ ਵੀ ਕਹਿੰਦੇ ਸੀ ਆਜ਼ਾਦ ਲੜਾਂਗੇ, ਉਹਨਾਂ ਵੱਲੋਂ ਬਗਾਵਤ ਕਰ ਦਿੱਤੀ ਗਈ ਆ। ਮੋਗਾ ਦੇ ਵਿੱਚੋਂ ਜਿਹੜੇ ਹਰਜੋਤ ਕਮਲ ਉਹ ਬੀਜੇਪੀ 'ਚ ਚਲੇ ਗਏ ਨੇ। ਕਿਸ ਤਰ੍ਹਾਂ ਰੋਕੋਗੇ ਬਗਾਵਤ ਨੂੰ, ਕਿਸ ਤਰ੍ਹਾਂ ਆਏਗੀ ਹੁਣ ਸਰਕਾਰ? ਦੇਖੋ ਨਾ, ਜਿਹਨੂੰ ਟਿਕਟ ਨਹੀਂ ਮਿਲਦੀ ਜਾਂ ਜਿਹਦਾ ਕੋਈ ਫੀਡਬੈਕ ਨਹੀਂ ਠੀਕ ਆ ਰਿਹਾ, ਜਿਹੜਾ ਹੁਣ 5 ਸਾਲ ਲੋਕਾਂ 'ਚ ਰਿਹਾ ਹੀ ਨਹੀਂ, ਜਿਹਨੇ ਕੋਈ ਕੰਮ ਹੀ ਨਹੀਂ ਕੀਤਾ ਕਿਸੇ ਕਾਰਜਕਰਤਾ ਦਾ, ਉਹਨੂੰ ਫਿਰ ਪਾਰਟੀ ਕਿਵੇਂ ਟਿਕਟ ਦੇ ਦੂਗੀ? ਤੇ ਜੇ ਉਹਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਫਿਰ ਉਹ ਬਾਕੀ ਤੇਵਰ ਦਿਖਾਉਂਦਾ। ਇਹ ਕੋਈ ਚੰਗੀ ਗੱਲ ਨਹੀਂ। ਵਿਚਾਰਧਾਰਕ ਲੜਾਈ ਹੋਣੀ ਚਾਹੀਦੀ ਹੈ, ਨੀਤੀਗਤ ਤਰੀਕੇ ਨਾਲ ਸਾਨੂੰ ਸਿਆਸਤ ਦੇ ਵਿੱਚ ਕੰਮ ਕਰਨਾ ਚਾਹੀਦਾ, ਨਾ ਕਿ ਆਇਆ ਰਾਮ ਗਿਆ ਰਾਮ ਵਾਲੀ ਸਿਆਸਤ ਜਿਹੜੀ ਇੱਕ ਸਮੇਂ ਬਿਹਾਰ ਔਰ ਯੂਪੀ ਤੋਂ ਚੱਲੀ ਸੀ। ਉਹਨੇ ਸਿਆਸਤ ਦਾ ਬਹੁਤ ਨੁਕਸਾਨ ਕੀਤਾ ਸੀਗਾ। ਲੋਕ ਜਿਹੜੇ ਸਿਆਸੀ ਬੰਦੇ ਨੂੰ ਦੂਸਰੀ ਨਿਗਾਹ ਨਾਲ ਦੇਖਣ ਲੱਗੇ ਸੀਗੇ, ਹਾਲਾਂਕਿ ਇਹ ਇੱਕ ਸੇਵਾ ਭਾਵਨਾ। ਅੱਗੇ ਜਿਹੜੇ ਲੋਕ ਸਿਆਸਤ 'ਚ ਆਉਂਦੇ ਸੀਗੇ, ਉਹ ਉਹਨਾਂ ਦੀ ਨਿਰੋਲ ਸੋਚ ਹੁੰਦੀ ਸੀ ਵੀ ਲੋਕਾਂ ਦੀ ਸੇਵਾ ਕਰਨੀ ਹੈ, ਲੋਕਾਂ ਦੇ ਕੰਮ ਆਉਣਾ, ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾਣਾ। ਸੋ ਹੁਣ ਜੇ ਅਸੀਂ ਇਹਨੂੰ ਧੰਦਾ ਬਣਾ ਲਾਂਗੇ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਜਿਹੜਾ ਲੋਕ ਰਾਜ ਤੋਂ ਉੱਠ ਜਾਏਗਾ। ਬੀਜੇਪੀ ਵੱਲ ਕਿਉਂ ਜਾ ਰਹੇ ਨੇ ਕਾਂਗਰਸ ਦੇ ਲੀਡਰ? ਕਈ ਲੀਡਰ ਚਲੇ ਗਏ, ਟਿਕਟਾਂ ਲੈ ਲੈਂਦੇ ਉੱਧਰ ਜਾ ਕੇ। ਕੀ ਅਜਿਹਾ ਬੀਜੇਪੀ ਦਿੰਦੀ ਹੈ ਉਹਨਾਂ ਨੂੰ? ਨਹੀਂ, ਬੀਜੇਪੀ ਨੇ ਕੀ ਦੇਣਾ? ਬੀਜੇਪੀ ਤਾਂ ਕੋਈ ਪੰਜਾਬ ਦੇਣ ਨੂੰ ਹੈ ਹੀ ਕੁਝ ਨਹੀਂ ਉਹਨਾਂ ਕੋਲ। ਇਹ ਤਾਂ ਹੁਣ ਐਵੇਂ ਇੱਕ ਹੋੜ ਲੱਗੀ ਹੋਈ ਆ। ਜੇ ਕੋਈ ਇੱਕ ਪਾਰਟੀ ਉਹਨੂੰ ਕੋਈ ਮਾੜਾ ਮੋਟਾ ਵੀ ਜੇ ਇਗਨੋਰ ਕਰਦੀ ਆ ਤਾਂ ਉਹ ਆਪਣੀ ਦੂਸਰੀ ਪਾਰਟੀ ਵਾਲੇ ਪਾਸੇ ਨੂੰ ਜਾਣ ਦੀ ਕੋਸ਼ਿਸ਼ ਕਰਦਾ। ਆਮ ਆਦਮੀ ਵਾਲਿਆਂ ਦਾ ਵੀ ਇਹੀ ਹਾਲ ਹੈ। ਅੱਗੇ ਕਹਿੰਦੇ ਸੀ ਵੀ ਅਸੀਂ ਆਮ ਬੰਦਿਆਂ ਨੂੰ ਟਿਕਟਾਂ ਦੇਵਾਂਗੇ, ਵੀ ਸਾਡੀ ਜਿਹੜੀ ਪਾਰਟੀ ਦਾ ਇੱਕ ਇਹ ਇੱਕ ਪਰੰਪਰਾ ਹੈਗੀ, ਇੱਕ ਸੰਵਿਧਾਨ ਹੈ, ਇੱਕ ਪਾਰਟੀ ਦੀ ਇੱਕ ਸੋਚ ਹੈ ਵੀ ਆਮ ਬੰਦੇ ਨੂੰ ਅਸੀਂ ਟਿਕਟਾਂ ਦੇਵਾਂਗੇ। ਔਰ ਇਹਨਾਂ ਨੇ ਜਦੋਂ ਦਿੱਤੀਆਂ, ਇਹਨਾਂ ਨੂੰ ਫਾਇਦਾ ਵੀ ਹੋਇਆ ਉਸ ਗੱਲ ਦਾ। ਲੋਕਾਂ ਨੇ ਇਸ ਦਾ ਉਹਨਾਂ ਲਈ ਚੰਗਾ ਵੀ ਮੰਨਿਆ। ਪਰ ਜਦੋਂ ਇਹਨਾਂ ਨੇ ਹੁਣ ਧੜਾ ਧੜ ਜਿਹੜਾ ਮਰਜ਼ੀ ਜੋ ਮਰਜ਼ੀ ਆਵੇ ਸੋਈ ਰਾਜੀ ਜਾਵੇ, ਜਿਹੜਾ ਪਾਰਟੀ ਜਿਹੜੀ ਚੋਂ ਛੱਡ ਕੇ ਆਉਂਦਾ, ਅੱਜ ਜਦੇ ਉਹਨੂੰ ਟਿਕਟ ਦੇ ਕੇ ਇੱਕ ਰੋਜ਼ ਪਹਿਲਾਂ ਦਿਨ ਪਾਰਟੀ 'ਚ ਆਉਂਦਾ, ਦੂਜੇ ਦਿਨ ਉਹਨੂੰ ਟਿਕਟ ਦੇ ਦਿੰਦੇ ਨੇ। ਸੋ ਕਿਹੜੀ ਆਮ ਆਦਮੀ ਹੈ? ਉਹ ਵੀ ਦਿੱਲੀ ਤੋਂ ਪੰਜਾਬ ਮਾਡਲ ਲੈ ਕੇ ਆ ਰਹੇ ਨੇ, ਕਹਿੰਦੇ ਪੰਜਾਬ ਦੇ ਲੋਕ ਸਾਡੇ ਨਾਲ ਨਹੀਂ, ਇੱਕ ਮੌਕਾ ਦੇਣਗੇ। ਦਿੱਲੀ ਦਾ ਪੰਜਾਬ ਮਾਡਲ ਦਾ ਕੀ ਕੰਸਰਨ ਆ ਜੀ? ਸਾਡੇ ਸੂਬੇ ਦੀ ਅਲੱਗ ਕਲਚਰ ਆ, ਸਾਡੇ ਸੂਬੇ ਦਾ ਅਲੱਗ ਸਿਸਟਮ ਆ। ਅਸੀਂ ਬਾਰਡਰ ਸਟੇਟ ਆ, ਨਾਜ਼ੁਕ ਸੂਬਾ, ਬੜਾ ਸੈਂਸਿਟਿਵ ਸਟੇਟ ਆ। ਇੱਥੇ ਹਮੇਸ਼ਾ ਪਾਕਿਸਤਾਨ ਦੀ ਨਿਗਾਹ ਸਾਡੇ ਸੂਬੇ ਤੇ ਰਹਿੰਦੀ ਹੈ, ਪਹਿਲਾਂ 2 ਦਹਾਕੇ ਅੱਤਵਾਦ ਰਿਹਾ। ਸੋ ਇਸ ਕਰਕੇ ਇਹ ਜਿਹੜੀ ਆਮ ਆਦਮੀ ਹੈ ਇਹ ਕੀ ਸਮਝੂਗੀ? ਇਹ ਤਾਂ ਸਟਰੋਂਗ ਲੀਡਰਸ਼ਿਪ ਦੀ ਲੋੜ ਆ। ਉਹ ਕਹਿੰਦੇ 70 ਸਾਲ ਤੁਸੀਂ ਨੇ ਕਾਂਗਰਸ ਤੇ ਅਕਾਲੀ ਦਲ ਨੂੰ ਸਮਾਂ ਦਿੱਤਾ, ਇੱਕ ਮੌਕਾ ਸਾਨੂੰ ਦੇ ਕੇ ਦੇਖੋ। ਇਸ ਤਰ੍ਹਾਂ ਦੇ ਪ੍ਰਚਾਰ ਤੁਸੀਂ ਦੇਖਿਆ, ਬੋਰਡ ਲੱਗੇ ਸਾਰੇ ਪੰਜਾਬ 'ਚ। ਨਹੀਂ, ਕਿਉਂ ਦੇ ਦੀ ਇਹਨਾਂ ਨੂੰ ਮੌਕਾ? ਪੰਜਾਬੀ ਕਿਉਂ ਮੌਕਾ ਦੇ ਦੇਣ? ਇਹਨਾਂ ਦੇ 20-22 MLA ਜਿਤਾਤੇ ਪੰਜਾਬੀਆਂ ਨੇ, ਬੜੀ ਹਵਾ ਚੱਲੀ ਸੀ ਇਹਨਾਂ ਦੀ। ਕੋਈ ਥੋੜੀ ਇਹਨਾਂ ਨੂੰ ਲੋਕਾਂ ਨੇ ਸਮਰਥਨ ਨਹੀਂ ਦਿੱਤਾ। ਪਰ ਇਹ ਮੈਨੂੰ ਦੱਸੋ ਇਹਨਾਂ ਨੇ ਕੀ ਕੀਤਾ? ਕੋਈ ਪਾਰਟੀ ਦਾ ਇਹਨਾਂ ਦਾ ਆਗੂ ਦਾ ਕੋਈ ਮੂੰਹ ਕਿੱਧਰ ਨੂੰ ਆ, ਕਿਸੇ ਦੀ ਪਿੱਠ ਕਿੱਧਰ ਨੂੰ ਆ। ਔਰ ਜਿੰਨੇ ਵੀ ਇਹਨਾਂ ਦੇ ਪੁਰਾਣੇ ਆਗੂ ਸੀਗੇ, ਕੇਜਰੀਵਾਲ ਸਾਹਿਬ ਨੇ ਸਾਰੇ ਪਾਰਟੀ 'ਚੋਂ ਕੱਢਤੇ। ਸੁੱਚਾ ਸਿੰਘ ਛੋਟੇਪੁਰ ਕਿੱਥੇ ਨੇ? ਡਾਕਟਰ ਗਾਂਧੀ ਜਿਹੜੇ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ਉਹ ਦੇਸ਼ ਦੀ ਪਾਰਲੀਮੈਂਟ 'ਚ ਪਹੁੰਚੇ ਸੀ ਪਟਿਆਲੇ ਤੋਂ, ਅੱਜ ਉਹ ਕਿੱਥੇ ਨੇ? ਕਿੱਥੇ ਆ ਹਰਿੰਦਰ ਸਿੰਘ ਖਾਲਸਾ? ਕਿੱਥੇ ਨੇ ਹੋਰ ਇਹਨਾਂ ਦੇ ਜਿਹੜੇ ਹੋਰ ਆਗੂ ਜਿਹੜੇ? ਅੱਜ ਸਾਰੇ ਹੀ ਇਹਨਾਂ ਨੂੰ ਛੱਡ ਗਏ। ਇਹਦਾ ਮਤਲਬ ਫਿਰ ਕਸੂਰ ਕੇਜਰੀਵਾਲ ਸਾਹਿਬ ਜਾਂ ਉਹਨਾਂ 'ਚ? ਕੇਜਰੀਵਾਲ ਸਾਹਿਬ ਸਿਰਫ ਆਪਣੇ ਨਾਂ 'ਤੇ ਜਾਂ ਆਪਣਾ ਇੱਕ ਧੌਂਸ ਜਮਾਉਣ ਦੇ ਲਈ ਵੀ ਇੱਕ ਮੌਕਾ ਕੇਜਰੀਵਾਲ ਨੂੰ, ਉਹ ਇਸ ਪਨਾਹ 'ਤੇ ਜਿਹੜੀ ਆ ਚੋਣ ਲੜ ਰਹੇ ਨੇ। ਕੀ ਇੱਥੇ ਸਾਡੇ ਕੋਲ ਲੀਡਰਸ਼ਿਪ ਦੀ ਘਾਟ ਆ? ਕੀ ਸਾਡੇ ਕੋਲ ਪੰਜਾਬੀ ਲੋਕ ਨਹੀਂ ਹੈਗੇ ਜਿਹੜੇ ਜਿਨ੍ਹਾਂ ਨੂੰ ਅਸੀਂ ਮੌਕਾ ਦਈਏ ਜੀ? ਸੋ ਇਸ ਕਰਕੇ ਇਹ ਬਾਹਰੋਂ ਆ ਕੇ ਲੋਕ ਸਾਡੇ ਸੂਬੇ 'ਤੇ ਰਾਜ ਕਰਨ ਦੀ ਫਿਰਾਕ ਦੇ ਵਿੱਚ ਨੇ। ਅਸੀਂ ਪੰਜਾਬੀ ਜਿਹੜੇ ਨੇ ਉਹ ਏਕਤਾ ਇਤਫਾਕ ਨਾਲ ਰਹਿਣਾ ਚਾਹੁੰਦੇ ਨੇ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਜ਼ਿਆਦਾ ਹੁੰਗਾਰਾ ਮਿਲੂਗਾ। ਕਾਂਗਰਸ ਹਾਈ ਕਮਾਨ ਜਾਂ ਕਾਂਗਰਸ ਪਾਰਟੀ ਸੀਐਮ ਫੇਸ ਐਲਾਨੇਗੀ ਪੰਜਾਬ ਦਾ ਫਿਰ, ਜਾਂ ਸੀਐਮ ਫੇਸ ਤੋਂ ਬਿਨਾਂ ਚੋਣ ਲੜੇਗੀ? ਕੀ ਲੱਗਦਾ? ਦੇਖੋ, ਕਾਂਗਰਸ ਪਾਰਟੀ ਦਾ ਇੱਕ ਸਿਸਟਮ ਹੈ, ਸਾਡੀ ਕੌਮੀ ਲੀਡਰਸ਼ਿਪ ਤੈਅ ਕਰਦੀ ਹੈ। ਔਰ ਉਹਦੇ ਨਾਲ ਕੀ ਕਹਿੰਦੇ ਨੇ, ਇੱਕ ਇਨਰ ਡੈਮੋਕ੍ਰੇਸੀ ਹੈ। ਹਰ ਇੱਕ ਤੋਂ ਪੁੱਛ ਗਿੱਛ ਕੇ, ਹਰ ਇੱਕ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਨਾ ਕੋਈ ਫੈਸਲਾ ਕੀਤਾ ਜਾਂਦਾ। ਔਰ ਕਾਂਗਰਸ ਪਾਰਟੀ ਦੇ ਅੰਦਰ ਕਲੈਕਟਿਵ ਲੀਡਰਸ਼ਿਪ ਹੈ। ਸਾਡੇ ਕੋਲ ਲੀਡਰਸ਼ਿਪ ਦੀ ਘਾਟ ਨਹੀਂ ਜੀ, ਸਾਡੇ ਕੋਲ ਬਹੁਤ ਸਟਰੋਂਗ ਲਾਈਨ ਹੈ ਲੀਡਰਸ਼ਿਪ ਦੀ। ਸੋ ਇਸ ਕਰਕੇ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਅਸੀਂ ਕੋਈ ਇੱਕ ਚਿਹਰਾ ਐਲਾਨ ਕੇ ਜਾਂ ਕੋਈ ਇੱਕ ਇਨਸਾਨ ਦੇ ਉੱਤੇ ਦਾਅ ਲਾ ਕੇ ਅਸੀਂ ਕੋਈ ਲੋਕਾਂ ਦੇ ਵਿੱਚ ਜਾਣਾ। ਕਾਂਗਰਸ ਦੇ ਵਿੱਚ ਪਾਰਟੀ ਪੀੜ੍ਹੀ ਦਰ ਪੀੜ੍ਹੀ ਲੋਕ ਜੁੜੇ ਹੋਏ ਨੇ। ਔਰ ਉਹ ਇੱਕ ਐਸੀ ਸਟਰੋਂਗ ਲਾਈਨ ਹੈ ਜਿਹੜੀ ਲੋਕਾਂ ਦੇ ਵਿੱਚ ਅੱਜ ਵੀ ਜਿਹੜੀ ਹੈ ਉਹ ਉਸੇ ਤਰ੍ਹਾਂ ਸਟਰੋਂਗ ਹੈ ਜੀ। ਕੋਟਲੀ ਸਾਹਿਬ,
ਸ਼ਮਸ਼ੇਰ ਸਿੰਘ ਦੁੱਲੋ ਨੂੰ ਕਿਸ ਤਰ੍ਹਾਂ ਮਨਾਵਾਂਗੇ? ਉਹ ਵੀ ਨਾਰਾਜ਼ ਚੱਲਦੇ ਰਹਿੰਦੇ ਨੇ। ਉਹ ਕਹਿੰਦੇ ਵੀ ਚਾਹੇ ਤਾਂ ਪਹਿਲਾਂ ਸ਼ਰਾਬ ਵਾਲਾ ਮਸਲਾ ਹੋਵੇ, ਜਿਹੜੇ ਮਰੇ ਸੀ ਪੰਜਾਬ ਦੇ ਵਿੱਚ ਲੋਕ, ਤੁਹਾਡੇ ਤੇ ਵੀ ਲੱਗਦੇ ਰਹੇ ਨੇ ਇਲਜ਼ਾਮ, ਤੁਹਾਡੀ ਵੀ ਕੋਈ ਫੈਕਟਰੀ ਹੈ, ਉਹਨਾਂ ਨੂੰ ਕਿਸ ਤਰ੍ਹਾਂ ਮਨਾਵਾਂਗੇ? ਉਹ ਲਗਾਤਾਰ ਬਗਾਵਤ ਕਰ ਦਿੰਦੇ ਨੇ। ਉਹ ਕਹਿੰਦੇ ਵੀ ਸੁਣੀਓ ਨਹੀਂ ਜਾਂਦੀ ਹੈਗੀ, ਮਸਲੇ ਹੱਲ ਹੀ ਨਹੀਂ ਹੋਏ 5 ਸਾਲ ਦੇ ਵਿੱਚ, ਸੁਣੇ ਨਹੀਂ ਗਿਆ ਕੁਝ। ਦੇਖੋ, ਦੁੱਲੋ ਸਾਹਿਬ ਦਾ ਸਭ ਤੋਂ ਵੱਡੀ ਮੰਗ ਸੀਗੀ ਵੀ ਦਲਿਤਾਂ ਨੂੰ ਮੌਕਾ ਮਿਲਣਾ ਚਾਹੀਦਾ, ਪਿਛੜੇ ਵਰਗਾਂ ਨੂੰ, ਜਿਹੜੇ ਕਿ ਇਗਨੋਰਡ ਲੋਕ ਨੇ, ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਅੱਜ ਤੱਕ ਕਾਂਗਰਸ ਨੇ ਦੇ ਦਿੱਤਾ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੂਰੇ ਦੇਸ਼ ਔਰ ਦੁਨੀਆ 'ਚ ਕਾਂਗਰਸ ਨੇ ਇਸ ਗੱਲ ਦਾ ਸੁਨੇਹਾ ਦਿੱਤਾ। ਇਹ ਕੋਈ ਛੋਟਾ ਕੰਮ ਹੈ, ਛੋਟਾ ਸਟੈਪ ਹੈ। ਔਰ ਜਿੱਥੋਂ ਤੱਕ ਇਹ ਸ਼ਰਾਬ ਦੀਆਂ ਫੈਕਟਰੀਆਂ ਦੀ ਗੱਲ ਹੈ, ਇਹ ਬਿਲਕੁਲ ਝੂਠ ਔਰ ਕੂੜ ਪ੍ਰਚਾਰ ਹੈ। ਸਾਡੇ ਵਰਗੇ ਪਰਿਵਾਰ ਕਦੇ ਇੱਕ ਸੋਚਣਾ ਵੀ ਬਹੁਤ ਵੱਡੀ ਗੱਲ ਆ, ਕਰਨ ਦੀ ਤਾਂ ਦੂਰ ਦੀ ਗੱਲ ਜੀ। ਸੋ ਇਹ ਤਾਂ ਐਵੇਂ ਸਿਆਸੀ ਪੈਂਤੜੇਬਾਜ਼ੀਆਂ। ਕੌਣ ਕਫਲਾ ਰਿਹਾ। ਔਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਦੇ ਰਾਹੀਂ ਜੀ, ਜਿਹੜਾ ਵੀ ਇਹਦੇ ਵਿੱਚ ਦੋਸ਼ੀ ਆ, ਜਿਹੜਾ ਜਿਹਨੇ ਵੀ ਅਗਰ ਕੋਈ ਕੰਮ ਗਲਤ ਕੀਤਾ, ਉਹਦਾ ਕੱਖ ਨਾ ਰਹੇ। ਇਹ ਮੈਂ ਕਹਿਣਾ ਚਾਹੁੰਦਾ। ਬਿਲਕੁਲ ਇਹ ਗੱਲਾਂ ਜਿਹੜੀਆਂ ਨੇ ਸਿਆਸੀ ਨੇ, ਇਹ ਸਿਆਸਤ ਤੋਂ ਪ੍ਰੇਰਿਤ ਨੇ। ਔਰ ਇਹੋ ਜਿਹੇ ਲੋਕ ਜਿਹੜੇ ਆਪਾਂ ਸਿਆਸੀ ਲੋਕ ਆ, ਉਹ ਇੱਕ ਵੀ ਕਦੇ ਮਾੜਾ ਮੋਟਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਰ ਸਕਦੇ ਜਿਹਦੇ ਨਾਲ ਕੋਈ ਮਾੜੀ ਮੋਟੀ ਉਂਗਲ ਉੱਠੇ। ਔਰ ਇਹ ਸਿਆਸਤ ਔਰ ਕਾਨੂੰਨ ਦਾ ਰਾਜ ਹੈ। ਕੋਈ ਬਹੁਤ ਵੱਡੀਆਂ ਏਜੰਸੀਆਂ ਇੱਥੇ ਬੈਠੀਆਂ ਨੇ ਜੀ, ਕੇਂਦਰ ਸਰਕਾਰ ਬੈਠੀ ਆ, CBI ਆ, ED ਆ, ਹੋਰ NIA ਆ, ਹੋਰ ਪਤਾ ਨਹੀਂ ਕਿੰਨੀਆਂ ਕਿੰਨੀਆਂ ਏਜੰਸੀਆਂ ਨੇ ਇੱਥੇ। ਜੇ ਕੋਈ ਮਾੜਾ ਮੋਟਾ ਵੀ ਕਿਸੇ ਦਾ ਕੋਈ ਬਾਲ ਜਿੰਨਾ ਵੀ ਕੋਈ ਜਿਹਦੀ ਕੋਈ ਇਨਵੋਲਵਮੈਂਟ ਹੋਵੇ ਨਾ, 1 ਮਿੰਟ 'ਚ ਟੰਗ ਕੇ ਰੱਖ ਦੇਣਗੇ। ਸੋ ਇਸ ਕਰਕੇ ਐਵੇਂ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਉਹਨਾਂ ਨੂੰ ਸਿੱਧ ਕਰਨਾ, ਉਹਨਾਂ ਨੂੰ ਸਾਬਤ ਕਰਨਾ ਬਹੁਤ ਔਖਾ ਜੀ। ਦੁੱਲੋ ਸਾਹਿਬ ਨੂੰ ਕਿਸ ਤਰ੍ਹਾਂ ਮਨਾਵੋਗੇ ਫਿਰ? ਕਿਸ ਤਰ੍ਹਾਂ ਨਾਲ ਲੈ ਕੇ ਚੱਲੋਗੇ? ਇਹ ਦੁੱਲੋ ਸਾਹਿਬ ਨੂੰ ਕੀ ਮਨਾਉਣਾ? ਉਹਨਾਂ ਦੀ ਪਹਿਲਾਂ ਧਰਮ ਪਤਨੀ ਆਮ ਆਦਮੀ ਸ਼ਾਮਲ ਹੋ ਗਈ, ਉਹਨਾਂ ਨੂੰ ਟਿਕਟ ਦੇ ਦਿੱਤੀ ਗਈ। ਔਰ ਹਫ਼ਤੇ ਬਾਅਦ ਉਹਨਾਂ ਦੇ ਮੁੰਡੇ ਨੂੰ ਟਿਕਟ ਦੇ ਦਿੱਤੀ ਗਈ। ਜਿਹੜੇ ਲੋਕ ਕਾਂਗਰਸ ਪਾਰਟੀ ਦੀਆਂ ਜਿਹੜੀਆਂ ਗੱਲਾਂ ਕਰਦੇ ਸੀ ਔਰ ਕਾਂਗਰਸ ਪਾਰਟੀ ਦੇ ਸੰਵਿਧਾਨ ਦੀਆਂ ਗੱਲਾਂ ਕਰਦੇ, ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਸੀ, ਅੱਜ ਉਹਨਾਂ ਦੇ ਪਰਿਵਾਰ ਨੂੰ ਤਾਂ ਉਹ ਆਪਦੇ ਇਕੱਠਾ ਨਹੀਂ ਰੱਖ ਸਕੇ। ਸੋ ਉਹਨਾਂ ਨੂੰ ਕੋਈ ਐਡੀ ਗੱਲ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਉਹ ਕਾਂਗਰਸ ਪਾਰਟੀ ਨਾਲ ਹੀ ਨੇ ਜੀ। ਕੈਪਟਨ ਸਾਹਿਬ ਵੀ ਕਹਿੰਦੇ ਵੀ ਸਿਆਸਤ ਕਰ ਰਹੇ ਨੇ ਹੁਣ, ਉਹ ਵੀ ਮੈਦਾਨ ਦੇ ਵਿੱਚ ਨੇ BJP ਨਾਲ। ਉਹ ਕਹਿੰਦੇ ਵੀ ਨਿਸ਼ਾਨ ਉਹਨਾਂ ਨੂੰ ਸਿੰਪਲ ਮਿਲ ਗਿਆ ਹਾਕੀ ਦਾ, ਉਹ ਕਹਿੰਦੇ ਗੋਲ ਕਰਨਾ ਬਾਕੀ ਹੈ ਪੰਜਾਬ 'ਚ। ਇਸ ਤਰ੍ਹਾਂ ਦੇ ਕੈਪਟਨ ਸਾਹਿਬ ਨੂੰ ਇਹ ਪੁੱਛੋ ਵੀ ਕਦੇ ਹਾਕੀ ਖੇਡੀ ਉਹਨਾਂ ਨੇ? ਹਾਕੀ ਦਾ ਸਿੰਬਲ ਲੈ ਲਿਆ ਉਹਨਾਂ ਨੇ। ਉਹ ਠੀਕ ਆ, ਸਾਹਿਬ ਪ੍ਰਗਟ ਸਿੰਘ ਉਹਨਾਂ ਨੇ ਵੀ, ਉਹ ਤਾਂ ਸੈਲਫ ਗੋਲ ਆਪਦੇ ਆਪ ਨੂੰ ਹੀ ਗੋਲ ਕਰਨਗੇ। ਲੋਕਾਂ ਜਿਹੜੀ ਵਿਰੋਧੀ ਜਿਹੜੀ ਧਿਰ ਆ, ਉਹ ਉੱਥੇ ਨਹੀਂ ਉਹਨਾਂ ਤੋਂ ਗੋਲ ਹੋਣਾ। ਉਹ ਗੋਲ ਜੇ ਹੋਊਗਾ ਉਹਨਾਂ ਤੋਂ ਤਾਂ ਆਪ ਹੀ ਗੋਲ ਹੋਊਗਾ ਇੱਧਰਲੇ ਆਪਣੇ ਪਾਸੇ। ਉਹਨਾਂ ਨੂੰ ਨਹੀਂ ਸੀ ਚਾਹੀਦਾ। ਦੇਖੋ, ਕਾਂਗਰਸ ਪਾਰਟੀ ਨੇ ਕੀ ਨਹੀਂ ਦਿੱਤਾ। ਉਹ ਪਾਰਟੀ ਦੇ ਵਿੱਚੋਂ ਕੁਝ ਸਮੇਂ ਲਈ ਚਲੇ ਵੀ ਗਏ। ਪਾਰਟੀ ਨੇ ਉਹਨਾਂ ਨੂੰ ਫੇਰ ਲਿਆ ਕੇ ਕਿੱਡਾ ਵੱਡਾ ਮਾਣ ਦਿੱਤਾ। 2 ਵਾਰ ਮੁੱਖ ਮੰਤਰੀ ਰਹਿ ਲਏ, 9.5 ਸਾਲ ਮੁੱਖ ਮੰਤਰੀ ਰਹਿਣਾ ਕੋਈ ਛੋਟੀ ਗੱਲ। ਅੱਜ ਤੁਸੀਂ 80 ਸਾਲ ਦੇ ਹੋ ਗਏ। ਮੈਂ ਕੋਈ ਉਹਨਾਂ ਦੇ ਵਿਰੋਧ 'ਚ ਗੱਲ ਨਹੀਂ ਕਰ ਰਿਹਾ, ਮੈਂ ਵੈਸੇ ਹੀ ਗੱਲ ਕਰ ਰਿਹਾ ਕਿ ਉਹਨਾਂ ਨੂੰ ਤਾਂ ਸਾਡੀ ਅਗਵਾਈ ਕਰਨੀ ਚਾਹੀਦੀ ਸੀ। ਸਾਨੂੰ ਇੱਕ ਫਾਦਰਲੀ ਫਿਗਰ ਔਰ ਸਾਨੂੰ ਇੱਕ ਗਾਈਡ ਦੇ ਤੌਰ 'ਤੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸੀ। ਔਰ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ, ਕਿਹੜੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਰਾਏ ਦੇ ਦਿੱਤੀ ਜੀ। ਤੇ ਉਹ ਤਾਂ ਹੁਣ ਉਹਨਾਂ ਨੂੰ ਆਰਾਮ ਦੇ ਨਾਲ ਬੈਠ ਕੇ ਘਰੇ ਸੰਗਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੀਦਾ ਸੀ। ਅੱਜ ਉਹਨਾਂ ਦੀ ਲੋੜ ਸੀ ਪਾਰਟੀ ਨੂੰ। ਪਰ ਚਲੋ, ਉਹਨਾਂ ਨੂੰ ਉਹਨਾਂ ਦੀ ਗੱਲ ਮੁਬਾਰਕ। ਪਤਾ ਲੱਗ ਜੂ 2022 ਦੀਆਂ ਹੁਣ ਜਦੋਂ ਚੋਣਾਂ ਦੇ ਨਤੀਜੇ ਆਉਣਗੇ ਤਾਂ ਆਪੇ ਹੀ ਪਤਾ ਲੱਗ ਜੂ ਵੀ ਕੌਣ ਕਿਹਦੇ 'ਚ ਕਿੰਨੇ ਪੱਲੇ ਦਾਣੇ ਨੇ, ਕਿਹੜੇ ਉਹ ਪਾਣੀਆਂ 'ਚ ਜੀ। ਕਿੰਨੀਆਂ ਸੀਟਾਂ ਆਉਣਗੀਆਂ? ਲਾਸਟ ਸਵਾਲ ਹੈ, ਕਿੰਨੀਆਂ ਸੀਟਾਂ ਲੱਗਦਾ ਤੁਹਾਨੂੰ 22 ਦੇ ਵਿੱਚ ਕਾਂਗਰਸ ਜਿੱਤੇਗੀ? ਦੇਖੋ, ਪਿਛਲੀ ਵਾਰ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਵੀ 100 ਤੋਂ ਵੱਧ ਸੀਟਾਂ ਬਿਲਕੁਲ ਜਿਹੜੀ ਆ ਆਮ ਆਦਮੀ ਜਿੱਤੂਗੀ। ਔਰ ਕਿੰਨੀਆਂ ਜਿੱਤੀਆਂ? 80 MLA ਬਣੇ ਸਾਡੇ ਕਾਂਗਰਸ ਪਾਰਟੀ ਦੇ। ਤਾਂ ਹੁਣ ਵੀ ਮੈਨੂੰ ਲੱਗਦਾ 80 ਤੋਂ ਘੱਟ ਨਹੀਂ ਆਉਣੇ। ਤੁਸੀਂ ਦੇਖ ਲਿਓ, ਲੋਕਾਂ ਵਿੱਚ ਬਹੁਤ ਖੁਸ਼ੀ ਹੈ, ਲੋਕਾਂ ਵਿੱਚ ਬੜਾ ਉਤਸ਼ਾਹ ਹੈਗਾ। ਔਰ ਜਿਸ ਲਹਿਜੇ ਨਾਲ, ਜਿਸ ਢੰਗ ਨਾਲ ਅਸੀਂ ਇੱਕ ਆਮ ਲੋਕਾਂ ਦੀ ਸਰਕਾਰ ਬਣ ਕੇ ਕੰਮ ਕੀਤਾ, ਜਿਵੇਂ ਮੁੱਖ ਮੰਤਰੀ ਜੀ ਨੇ 24 ਘੰਟਿਆਂ 'ਚੋਂ 22 ਘੰਟੇ ਕੰਮ ਕੀਤਾ ਔਰ ਜੋ ਇਤਿਹਾਸਕ ਫੈਸਲੇ ਕੀਤੇ ਲੋਕ ਪੱਖੀ, ਸੋ ਉਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 80 ਦੀਆਂ 80 ਸੀਟਾਂ ਹੀ ਆਉਣਗੀਆਂ। ਕਿਸਾਨਾਂ ਦਾ ਕਿੰਨਾ ਅਸਰ ਹੋਊਗਾ? ਕਿਉਂਕਿ ਸੰਯੁਕਤ ਸਮਾਜ ਮੋਰਚਾ ਵੀ ਮੈਦਾਨ ਦੇ ਵਿੱਚ, ਤੁਹਾਡੇ ਹਲਕੇ ਦੇ ਲੀਡਰ ਨੇ ਬਲਬੀਰ ਸਿੰਘ ਰਾਜੇਵਾਲ। ਮੈਨੂੰ ਤਾਂ ਰਾਜੇਵਾਲ ਸਾਹਿਬ ਦੀ ਸਮਝ ਨਹੀਂ ਆਉਂਦੀ। ਦੇਖੋ, ਇਹ ਜਿਹੜਾ ਸੰਘਰਸ਼ ਸੀ ਨਾ, ਕਿਸਾਨੀ ਸੰਘਰਸ਼, ਇਹ ਸਾਡਾ ਸਾਰਿਆਂ ਦਾ ਸੀ ਜੀ। ਇਹ ਸਾਡੀ ਹੋਂਦ ਨਾਲ ਜੁੜੀ ਹੋਈ ਗੱਲ ਸੀ। ਇਹ ਸਾਡੇ ਫਿਊਚਰ ਨਾਲ ਜੁੜੀ ਹੋਈ ਗੱਲ ਸੀ। ਇਹ ਸਾਡੀ ਜ਼ਮੀਨ ਨਾਲ ਜੁੜੀ ਹੋਈ ਗੱਲ ਸੀ। ਇਹਦੇ 'ਚ ਹਰ ਪੰਜਾਬੀ, ਚਾਹੇ ਉਹ ਕਿਸਾਨ ਆ, ਚਾਹੇ ਉਹ ਖੇਤ ਮਜ਼ਦੂਰ ਆ, ਚਾਹੇ ਉਹ ਆੜ੍ਹਤੀ ਆ, ਵਪਾਰੀ ਆ, ਉਹ ਹਰ ਬੰਦਾ ਜਿਹੜਾ ਸੀ ਉਹ ਇਸ ਸੰਘਰਸ਼ ਦੇ ਨਾਲ ਜੁੜਿਆ ਸੀਗਾ ਜੀ। ਤੇ ਇਹ ਸਾਰੇ ਲੀਡਰਸ਼ਿਪ ਜਿਹੜੀ ਸੀਗੀ, ਇਹਨਾਂ ਨੇ ਉਹ ਸੰਘਰਸ਼ ਨੂੰ ਠੀਕ ਆ ਲੀਡ ਕੀਤਾ ਜੀ।
ਔਰ ਇਹਨਾਂ ਨੂੰ ਪਤਾ ਨਹੀਂ ਲੱਗਣ ਲੱਗ ਗਿਆ ਵੀ ਸ਼ਾਇਦ ਪਤਾ ਨਹੀਂ ਵੀ ਐਤਕੀ ਸਾਡੀ ਉਹ ਗੱਲ ਬਣ ਜੂਗੀ ਜੀ। ਔਰ ਜਦੋਂ ਦੇਖੋ ਅਸੀਂ ਇਹਦੀ ਪੂਰੀ ਸਪੋਰਟ ਕੀਤੀ ਹਰ ਪੋਲੀਟੀਕਲ ਪਾਰਟੀ ਨੇ, ਖਾਸ ਕਰ ਕਾਂਗਰਸ ਨੇ ਪਹਿਲੇ ਦਿਨ ਤੋਂ ਜੀ। ਔਰ ਅਸੀਂ ਫੇਰ ਵੀ ਉੱਥੇ ਜਾ ਕੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ, ਕਿਉਂਕਿ ਇਹ ਗੱਲ ਸਾਰਿਆਂ ਨੇ ਕਹੀ ਸੀ ਵੀ ਇਹਨੂੰ ਗੈਰ ਸਿਆਸੀ ਰੱਖਿਆ ਜਾਵੇ, ਇਹਦੇ 'ਚ ਸਿਆਸਤ ਨਹੀਂ ਬਾੜਨੀ ਆਪਾਂ ਨੇ। ਔਰ ਕਾਮਯਾਬ ਵੀ ਉਹ ਸੰਘਰਸ਼ ਤਾਂ ਹੀ ਹੋਇਆ, ਜਿੱਤ ਵੀ ਤਾਂ ਹੀ ਹੋਈ ਹੈ। ਜੇ ਉਹਦੇ 'ਚ ਸਿਆਸਤ ਵੜ ਜਾਂਦੀ ਤਾਂ ਇਹ ਜਿੱਤ ਨਹੀਂ ਸੀ ਹੋਣੀ। ਬਿਲਕੁਲ। ਤੇ ਹੁਣ ਜਦੋਂ ਅਸੀਂ ਵਾਪਸ ਆ ਗਏ ਐਡੀ ਵੱਡੀ ਲੜਾਈ ਜਿੱਤ ਕੇ, ਤਾਂ ਫਿਰ ਤੁਸੀਂ ਉਹੀ ਗੱਲ ਜਿਹੜੀ ਤੁਸੀਂ ਆਪ ਕਹਿੰਦੇ ਸੀ ਵੀ ਸਿਆਸਤ ਨਹੀਂ ਬਣਨ ਦੇਣੀ, ਹੁਣ ਤੁਸੀਂ ਆਪ ਸਿਆਸੀ ਹੋ ਕੇ ਬੈਠ ਗਏ। ਇਹਨਾਂ ਨੂੰ ਤਾਂ ਉਮੀਦਵਾਰ ਨਹੀਂ ਲੱਭ ਰਹੇ। ਕੀ ਤੁਸੀਂ ਗੱਲ ਕਰ ਰਹੇ ਹੋ? ਲੋਕਾਂ ਨੇ ਇਹ ਗੱਲ ਦਾ ਕੋਈ ਚੰਗਾ ਨਹੀਂ ਮਨਾਇਆ, ਬੁਰਾ ਮਨਾਇਆ ਇਸ ਗੱਲ ਨੂੰ ਜੀ। ਜਿਹੜੇ ਲੋਕ ਸੰਘਰਸ਼, ਇਹ ਸੰਘਰਸ਼ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਲੋਕ ਸੀਗੇ, ਉਹਨਾਂ ਨੇ ਵੀ ਇਹ ਕੋਈ ਗੱਲ ਬਹੁਤੀ ਚੰਗੀ ਨਹੀਂ ਸਮਝੀ। ਔਰ ਕਿੰਨੀਆਂ ਜਥੇਬੰਦੀਆਂ ਨੇ, ਉਗਰਾਹਾਂ ਗਰੁੱਪ ਆ, ਟਕੈਤ ਸਾਹਿਬ ਨੇ, ਹੋਰ ਕਿੰਨੇ ਤਮਾਮ ਲੋਕ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇਹਨਾਂ ਤੋਂ ਵੱਖ ਕਰ ਲਿਆ। ਸੋ ਇਸ ਕਰਕੇ ਇਹਨਾਂ ਨੂੰ ਸਿਆਸਤ 'ਚ ਨਹੀਂ ਸੀ ਆਉਣਾ ਚਾਹੀਦਾ। ਇਹਨਾਂ ਨੂੰ ਗੈਰ ਸਿਆਸੀ ਰਹਿ ਕੇ ਕਿਸਾਨਾਂ ਦੀ ਲੜਾਈ ਲੜਨੀ ਚਾਹੀਦੀ ਸੀ, ਮਜ਼ਦੂਰਾਂ ਦੀ, ਵਪਾਰੀਆਂ ਦੀ, ਪੰਜਾਬੀਆਂ ਦੀ ਲੜਾਈ ਲੜਨੀ ਚਾਹੀਦੀ ਸੀ। ਪਰ ਇਹਨਾਂ ਨੇ ਬਹੁਤ ਇਹ ਗੱਲ ਗਲਤੀ ਕੀਤੀ ਹੈ ਵੱਡੀ। ਲੱਗਦਾ ਤੁਹਾਨੂੰ ਇਹਦੇ ਪਿੱਛੇ ਕੋਈ ਪਾਰਟੀ ਵੀ ਹੋ ਸਕਦੀ ਹੈ? ਨਹੀਂ ਦੇਖੋ, ਇਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ, ਕਿਉਂਕਿ ਐਵੇਂ ਕਿਸੇ ਤੇ ਗਲਤ ਇਲਜ਼ਾਮ ਲਾਉਣਾ ਬਿਨਾਂ ਕਿਸੇ ਜਾਣਕਾਰੀ ਤੋਂ, ਬਿਨਾਂ ਕਿਸੇ ਵਾਕਫੀਅਤ ਤੋਂ। ਪਰ ਇਹਨਾਂ ਨੂੰ ਪਤਾ ਨਹੀਂ ਹੁਣ ਇਹਨਾਂ ਨੂੰ ਕਿਹਨੇ ਲਿਆ ਕੇ ਕਿਹੜੀ ਗੱਲ ਨਾਲ ਇਹਨਾਂ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ, ਪਰ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਮੰਤਰੀ ਸਾਹਿਬ, ਇੱਕ ਸੀਐਮ ਤੇ ਇਲਜ਼ਾਮ ਲੱਗੇ ਸੀ, ਕਹਿੰਦੇ ਵੀ ਸੁਰੱਖਿਆ ਨਹੀਂ ਦਿੱਤੀ ਗਈ ਪੀਐਮ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਜਾਂਦੇ ਏਅਰਪੋਰਟ ਤੇ ਕਹਿ ਗਏ ਵੀ ਤੁਹਾਡੇ ਮੁੱਖ ਮੰਤਰੀ ਸਾਹਿਬ ਨੂੰ ਕਹਿ ਦਿਓ ਵੀ ਮੈਂ ਜਿੰਦਾ ਵਾਪਸ ਜਾ ਰਿਹਾ। ਕਿਸ ਤਰ੍ਹਾਂ ਦੀ ਕਤਾਹੀ ਹੋਈ ਆ ਕੁਝ, ਜਾਂ ਫਿਰ ਬੀਜੇਪੀ ਦੇ ਵੱਲੋਂ ਪ੍ਰਚਾਰਿਆ? ਕਿਉਂਕਿ ਅਕਾਲੀ ਦਲ ਵੀ ਕਹਿ ਰਿਹਾ ਸੀ ਸੁਰੱਖਿਆ 'ਚ ਕਤਾਹੀ ਹੋਈ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਕਹਿ ਰਹੇ ਸੀ, ਭਗਵੰਤ ਮਾਨ ਕਹਿ ਰਹੇ ਸੀ, ਸਾਰੀਆਂ ਪਾਰਟੀਆਂ ਕਹਿ ਰਹੀਆਂ ਸੀ। ਨਹੀਂ, ਇਹਨਾਂ ਨੂੰ ਮੈਂ ਪੁੱਛਦਾ ਅਕਾਲੀ ਦਲ ਵਾਲਿਆਂ ਨੂੰ ਤੇ ਜਿਹੜੇ ਆਮ ਆਦਮੀ ਵਾਲੇ ਨੇ, ਇਹਨਾਂ ਨੂੰ ਹੁਣ ਇੰਨਾ ਕਿੰਨਾ ਕੁ ਮੋਦੀ ਸਾਹਿਬ ਦਾ ਹੇਜ ਆ ਗਿਆ? ਕਦੇ ਹੋ ਸਕਦਾ ਵੀ ਪ੍ਰਧਾਨ ਮੰਤਰੀ ਸੁਰੱਖਿਆ 'ਚ ਕੋਈ ਕਤਾਈ ਹੋ ਜੇ? ਦੇਸ਼ ਦਾ ਸਿਟਿੰਗ ਪ੍ਰਧਾਨ ਮੰਤਰੀ ਦੀ ਅਸੈਸੀਨੇਸ਼ਨ ਹੋ ਗਈ ਹੋਵੇ, ਉਦੋਂ ਤਾਂ ਬੀਜੇਪੀ ਨੂੰ ਕੋਈ ਸਿਕਿਉਰਿਟੀ ਦਾ ਕੋਈ ਚੇਤਾ ਨਹੀਂ ਆਇਆ। ਪੰਜਾਬ ਦੇ ਵਿੱਚ ਮੌਜੂਦਾ ਮੁੱਖ ਮੰਤਰੀ ਦੀ ਅਸੈਸੀਨੇਸ਼ਨ ਹੋ ਗਈ ਹੋਵੇ, ਉਦੋਂ ਸਿਕਿਉਰਿਟੀ ਕਿੱਥੇ ਸੀਗੀ? ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹਿਣੀ, ਇਹ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੀ ਗੱਲ ਆ। ਪ੍ਰਧਾਨ ਮੰਤਰੀ ਜੀ ਨੂੰ ਬਿਲਕੁਲ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਉਹਨਾਂ ਨੇ ਇੱਕ ਐਡਾ ਬੜਾ ਸੰਵਿਧਾਨਿਕ ਅਹੁਦੇ ਦਾ ਨਿਰਾਦਰ ਕੀਤਾ ਜੀ, ਔਰ ਉਹਨਾਂ ਨੇ ਪੰਜਾਬੀਆਂ ਵੱਲ ਉਂਗਲੀ ਕੀਤੀ ਆ। ਪੰਜਾਬੀ ਇੰਨੇ ਮਾੜੇ ਨਹੀਂ ਹੈ। ਜੇ ਅਗਰ ਪ੍ਰਧਾਨ ਮੰਤਰੀ ਵੱਲ ਕੋਈ ਉਂਗਲ ਵੀ ਕਰਦਾ ਨਾ, ਤਾਂ ਪੰਜਾਬੀ ਉਹਦੀ ਉਂਗਲ ਵੱਢ ਦਿੰਦੇ। ਜੇ ਪ੍ਰਧਾਨ ਮੰਤਰੀ ਵੱਲ ਕੋਈ ਅੱਖ ਵੀ ਚੱਕ ਕੇ ਦੇਖਦਾ ਤਾਂ ਪੰਜਾਬੀ ਉਹਦੀ ਅੱਖ ਕੱਢ ਦਿੰਦੇ ਜੀ। ਇਹ ਮਤ ਸੋਚੋ, ਪੰਜਾਬੀਆਂ ਨੂੰ ਬਦਨਾਮ ਕਰਨਾ ਇਹ ਕੋਈ ਚੰਗੀ ਗੱਲ ਨਹੀਂ। ਇਹ ਜਾਣ-ਬੁੱਝ ਕੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਚੰਗੀਆਂ ਨਹੀਂ। ਸੋ ਬੀਜੇਪੀ ਵਾਲੇ ਇਹਦੇ ਤੇ ਸਿਆਸਤ ਕਰ ਰਹੇ ਨੇ, ਪਰ ਬਹੁਤ ਇਹ ਮਤਭਾਗੀ ਗੱਲ ਹੈ। ਜੀ, ਬਹੁਤ ਬਹੁਤ ਧੰਨਵਾਦ ਡੀ5 ਸਿੰਘ। ਥੈਂਕ ਯੂ। ਇਹ ਸਨ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜੋ ਕਿ ਸਾਨੂੰ ਜਿਹੜੇ ਲੋਕਾਂ ਦੇ ਸਵਾਲ ਸੀ ਉਹਨਾਂ ਨੂੰ ਪੁੱਛੇ ਨੇ, ਉਹਨਾਂ ਦੇ ਇਹਨਾਂ ਨੇ ਸਾਫ਼ ਤੇ ਸਪਸ਼ਟ ਜਵਾਬ ਦਿੱਤੇ ਨੇ। ਇਹਨਾਂ ਦਾ ਸਾਫ਼ ਕਿਹਾ ਕਿ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਮਿਲੇਗਾ। ਨਾਲ ਦੀ ਨਾਲ ਡਰੱਗ ਮਾਮਲੇ ਦੇ ਵਿੱਚ ਜੋ ਵੀ ਲੋਕ ਸਿਆਸੀ ਲੀਡਰ ਨੇ ਜਾਂ ਕੁਝ ਹੋਰ ਨੇ, ਉਹਨਾਂ ਦੇ ਉੱਪਰ ਵੀ ਆਉਣ ਵਾਲੇ ਸਮੇਂ 'ਚ ਜੇਕਰ ਇਹਨਾਂ ਦੀ ਸਰਕਾਰ ਆਏਗੀ ਤਾਂ ਕਾਰਵਾਈ ਕੀਤੀ ਜਾਵੇਗੀ। ਨਾਲ ਦੀ ਨਾਲ ਇਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਪਿਛਲੀ ਵਾਰ ਦੇ ਨਾਲੋਂ ਜ਼ਿਆਦਾ ਸੀਟਾਂ ਤੋਂ ਵੱਧ ਜਿੱਤ ਕੇ ਜਿਹੜੀ ਕਾਂਗਰਸ ਪਾਰਟੀ ਮੁੜ ਪੰਜਾਬ ਦੇ ਵਿੱਚ 2022 ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਇਹ ਦਾਅਵਾ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਕੁਲਦੀਪ ਸਿੰਘ ਪੋੜੇ, ਡੀ5 ਚੈਨਲ ਪੰਜਾਬੀ, ਖੰਨਾ। ਡੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।